Done, Paji. Hanji, I got it. So I was talking about a person who gives you the referrals uh, will be asked for, again and then ਉਹਨਾਂ ਦੇ ਥੱਲੇ ਨੈਟਵਰਕ ਸਟਾਰਟ ਕੀਤਾ ਜਾਏ, ਉਹਨੂੰ ਵੀ ਬੜੀ ਖੁਸ਼ੀ ਹੋਊਗੀ ਕਿਉਂਕਿ ਇੱਕੋ ਹੀ ਕਾਰਨ ਹੈ ਲੋਕ MLM ਤੋਂ ਡਰਦੇ ਨੇ। ਆਪਾਂ ਕਈ ਦਿਨਾਂ ਤੋਂ ਸੁਣ ਰਹੇ ਹਾਂ ਕਿ ਕੀ ਉਹ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ, ਕੀ ਉਹ ਬੰਦੇ ਸਪਾਂਸਰ ਕਰ ਪਾਉਣਗੇ ਕਿ ਨਹੀਂ। ਸੋ ਅਸੀਂ ਜੇ ਉਹਨਾਂ ਨੂੰ ਸਪਾਂਸਰ ਹੋਣ ਵਾਲੇ ਬੰਦੇ, ਰੈਡੀ ਬੰਦੇ ਜਦੋਂ ਉਹਨਾਂ ਨਾਲ ਜੋੜਾਂਗੇ ਤੇ obviously they will jump up and down. So that was one point which I wanted to share, which is you covered it very well, ਤੇ ਮੈਂ ਉਹਨੂੰ ਐਡ ਕਰਨਾ ਚਾਹੁੰਦਾ ਸੀ। ਤੇ ਜਦੋਂ ਅਸੀਂ ਕਿਸੇ ਬੰਦੇ ਦੇ ਨਾਲ ਥੱਲੇ ਜਾ ਕੇ ਹੁਣ ਅਸੀਂ ਨਵਾਂ ਜਿਹੜੀ ਪ੍ਰੈਕਟਿਸ ਕੀ ਕੀਤੀ ਹੈ ਕਿ ਅਸੀਂ ਆਪ ਕੰਮ ਕਰਾਂਗੇ, ਅਸੀਂ ਪ੍ਰੋਮਿਸ ਕਰ ਲਿਆ ਕਿ ਅਸੀਂ ਆਪ ਕੰਮ ਕਰਾਂਗੇ। ਸੋ ਬਹੁਤ ਰੇਅਰ ਕੇਸਿਸ ਨੇ ਜਿੱਥੇ ਸਾਨੂੰ ਜੇ ਕੋਈ ਬੰਦਾ ਅਸੀਂ ਕੋਈ ਸ਼ਿਪ ਛੱਡਿਆ ਤੇ ਚਾਹੇ ਉਹ ਐਮਟੀ ਸ਼ਿਪ ਹੈ ਜਾਂ ਸਿਲਵਰ ਸ਼ਿਪ ਹੈ, ਤੇ ਬਹੁਤ ਰੇਅਰ ਕੇਸਿਸ ਹੋਣਗੇ, ਉਹ ਰੇਅਰ ਉਦੋਂ ਹੀ ਹੋਣਗੇ ਜਦੋਂ ਅਸੀਂ ਕੰਮ ਨਹੀਂ ਕਰਾਂਗੇ ਤੇ ਬਈ ਉਹ ਖਾਲੀ ਆਏਗੀ ਸ਼ਿਪ। ਸੋ ਅਸੀਂ ਜਦੋਂ ਵੀ ਕਿਸੇ ਨੂੰ ਸ਼ਿਪ ਨੂੰ ਸੇਲ ਲਈ ਛੱਡਾਂਗੇ ਤਾਂ ਉਹਨੂੰ ਇਕੱਲੇ ਨਹੀਂ ਸੇਲਸ ਲਈ ਛੱਡਾਂਗੇ, ਸੇਲ ਲਈ ਛੱਡਾਂਗੇ, ਉਹਨੂੰ ਅਸੀਂ ਉਹਦੇ ਨਾਲ ਜਾਵਾਂਗੇ। ਸੋ ਐਜ਼ ਅ ਮੈਟਰ ਆਫ ਫੈਕਟ ਜਿਵੇਂ ਹੀ ਕੋਈ ਬੰਦਾ ਸਾਡੇ ਨਾਲ ਸਪਾਂਸਰ ਹੋਏਗਾ, ਨਾਲ ਹੀ ਉਹਨਾਂ ਦੀ ਡੈਪਥ ਡਾਊਨ ਦੇ ਵਿੱਚ ਅਸੀਂ ਕੰਮ ਕਰਨਾ ਸ਼ੁਰੂ ਕਰ ਦਾਂਗੇ ਵਿਦ ਦਾ ਹੈਲਪ ਆਫ ਥਰਡ ਪਾਰਟੀ। ਆਈ ਐਮ ਹੈਪੀ ਕਿ ਅਸੀਂ ਦੋਨੋਂ ਪ੍ਰੈਜੈਂਟੇਸ਼ਨ ਅੱਜ ਦੋਨੋਂ ਕਰ ਲਈਆਂ। ਅਸੀਂ ਜਿਵੇਂ ਹੀ ਬੰਦਾ ਕੋਈ ਸਾਡੇ ਨਾਲ ਹਾਂ ਕਰਦਾ ਤੇ ਵੀ ਵਿਲ ਸਟਾਰਟ ਵਰਕਿੰਗ ਬਿਲੋ them ਐਂਡ ਉਹਨਾਂ ਦੇ ਵੀ ਬਿਲੋ ਚੱਲ ਜਾਾਂਗੇ। ਸੋ if we consider that person as A ਨੂੰ ਤਾਂ ਅਸੀਂ ਸਪਾਂਸਰ ਕਰਾਂਗੇ ਹੀ ਕਰਾਂਗੇ, ਨਾਲ ਹੀ ਉਹਦੇ ਨਾਲ B ਨਾਲ ਵੀ ਗੱਲ ਕਰਾਂਗੇ ਤੇ C ਨਾਲ ਵੀ ਗੱਲ ਕਰਾਂਗੇ, ਜੇ ਹੋ ਸਕਿਆ ਤਾਂ D ਨਾਲ ਵੀ ਕਰਾਂਗੇ, ਕਰਦੇ ਰਵਾਂਗੇ ਜਦੋਂ ਤੱਕ ABCD ਇਕੱਠੇ ਨਹੀਂ ਹੋ ਜਾਂਦੇ। ਸੋ A ਨੂੰ ਕੋਈ ਰੀਜ਼ਨ ਨਹੀਂ ਰਹੇਗਾ ਛੱਡ ਕੇ ਜਾਣ ਦਾ, ਉਹ ਵਿੱਚ ਰਹਿ ਸਕਦਾ, ਟ੍ਰੇਨਿੰਗ ਅਟੈਂਡ ਕਰ ਸਕਦਾ, ਜ਼ੂਮ ਕਾਲਸ ਅਟੈਂਡ ਕਰ ਸਕਦਾ, ਸਿੱਖ ਸਕਦਾ। ਤੇ ਜਿਹੜਾ ਅਗਲੇ ਚੈਪਟਰ ਦੇ ਵਿੱਚ ਤੁਸੀਂ ਟ੍ਰੇਨਿੰਗ ਪੀਰੀਅਡ ਦੱਸਿਆ ਸੀਗਾ, ਉਹਦੀ ਟ੍ਰੇਨਿੰਗ ਪੀਰੀਅਡ ਤੋਂ ਬਾਅਦ, ਟ੍ਰੇਨਿੰਗ ਤੋਂ ਪਹਿਲਾਂ ਤਾਂ ਉਹ ਇਸੇ ਤਰ੍ਹਾਂ ਅਪਲਾਈਨ ਦੇ ਨਾਲ ਜਾ ਕੇ ਦੇਖ ਸਕਦਾ ਕਿ ਅਪਲਾਈਨ ਕਿਸ ਤਰ੍ਹਾਂ ਸਪਾਂਸਰ ਕਰਦੀ ਹੈ। ਟ੍ਰੇਨਿੰਗ ਦਾ ਫਾਇਦਾ ਇਹ ਹੋਏਗਾ ਕਿ ਹੁਣ ਉਹ ਟ੍ਰੇਨਿੰਗ ਤੋਂ ਬਾਅਦ ਜਿਹੜਾ 90 ਦਿਨ ਦਾ ਅਸੀਂ ਰੱਖਿਆ, ਉਸ ਤੋਂ ਬਾਅਦ ਉਹ ਇੰਡੀਪੈਂਡੈਂਟਲੀ ਜਾ ਕੇ ਆਪਣਾ ਬਿਜ਼ਨਸ ਕਦੇ ਵੀ ਕਰ ਸਕਦਾ। ਆਫਟਰ ਟ੍ਰੇਨਿੰਗ ਹੀ ਇਜ਼ ਇਕਵਿਪਡ, ਹੀ ਇਜ਼ ਕੌਨਫੀਡੈਂਟ, ਹੀ ਕੈਨ ਡੂ ਇਟ। ਬਿਫੋਰ ਦਿਸ ਟ੍ਰੇਨਿੰਗ ਪੀਰੀਅਡ he can take the help of his upline. Upline ਦੀ ਹੈਲਪ ਉਹ ਟ੍ਰੇਨਿੰਗ ਤੋਂ ਬਾਅਦ ਵੀ ਲਏਗਾ, ਲੈ ਸਕਦਾ। ਪਰ ਯੈਸ, ਹੁਣ ਜਿਸ ਤਰ੍ਹਾਂ ਤੁਸੀਂ ਲੋਕ ਹੈਗੇ ਹੋ, ਕੁਬੇਰ ਨੇ 3-4 ਪ੍ਰੈਜੈਂਟੇਸ਼ਨਸ ਕਰਨ ਤੋਂ ਬਾਅਦ, 6 ਪ੍ਰੈਜੈਂਟੇਸ਼ਨ ਦੇਖਣ ਤੋਂ ਬਾਅਦ, ਕਰਨ ਤੋਂ ਬਾਅਦ, ਪੜ੍ਹਨ ਤੋਂ ਬਾਅਦ, he is quite confident about ਕਿ ਚੱਲ ਕੀ ਰਿਹਾ। ਹੁਣ ਸਮਝ ਆਉਣ ਲੱਗ ਗਿਆ ਕਿ ਅੱਛਾ ਉਹ ਜਿਗਸੌ ਜਿਹੜਾ ਹੈਗਾ falling at place. Now he understand ਵੀ ਉਹ ਇਹ ਤਾਂ ਗੱਲਾਂ ਜਿਹੜੀਆਂ ਮੈਂ ਵਰਬਲ ਸੁਣੀਆਂ ਹੋਈਆਂ, they practically are right, and ਫਿਰ ਉਹ ਬਿਲਡਿੰਗ ਦਿਖ ਰਹੀ ਹੈ ਸੁੱਖੀ ਦੀ, ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਮਿਲਦੀਆਂ ਹੋਈਆਂ, ਲਾਈਕ ਅ ਲੈਗੋ ਜਿਹੜਾ ਪਲੇ ਹੁੰਦਾ, it all makes sense. So now everything is interconnected. So ਜਦੋਂ ਅਸੀਂ ਕਿਸੇ ਨਾਲ ਥਰਡ ਪਾਰਟੀ ਕਰਦੇ ਹਾਂ, then we go down and keep on going in the depth until we see ਕਿ ਪਰ ਅਸੀਂ ਕੰਮ ਕਰਨਾ ਚਾਹੁੰਦੇ ਹਾਂ। in the meantime ਕੀ ਹੁੰਦਾ ਕਿ ਜਿਹੜਾ ਬੰਦਾ ਜਿਹਦੇ ਲਈ ਕਰ ਰਹੇ, A ਲਈ ਜਦੋਂ ਤੁਸੀਂ ਡੈਪਥ ਬਿਲਡ ਕਰ ਰਹੇ ਹੋ ਤਾਂ you sponsor A ਦੇ ਨਾਲ B ਦੇ ਨਾਲ C ਦੇ ਨਾਲ D, ਉਹ D ਤੱਕ ਜਾਂਦਾ ਤੁਸੀਂ ਦੇਖਣਾ ਕਿ 30-35 ਦਿਨ ਹੋ ਚੁੱਕੇ ਆ। ਸੋ ਉਹ 30-35 ਦਿਨ ਬਿਕੋਜ਼ ਤੁਸੀਂ BCD ਨਾਲ ਕੰਮ ਲੱਭ ਰਹੇ ਸੀਗੇ, ਤੇ ਉਹ A ਵਾਲਾ ਜਿਹੜਾ ਹੈਗਾ ਉਹਦੇ 35 ਦਿਨ ਦਾ ਟ੍ਰੇਨਿੰਗ ਪੀਰੀਅਡ ਵੀ ਹੋ ਗਿਆ। ਹੁਣ 35 ਦਿਨ ਦੇ ਵਿੱਚ ਉਹਦੇ ਕੋਲ 3 ਬੰਦੇ ਵੀ ਡੈਪਥ 'ਚ ਹੋ ਗਏ, ਤੇ ਉਹਨੇ ਜ਼ੂਮ ਕਾਲਸ ਵੀ ਅਟੈਂਡ ਕਰ ਲਈਆਂ, ਤੇ ਉਹਨੇ ਟ੍ਰੇਨਿੰਗ ਵੀ ਲੈ ਲਈ। ਨਾਓ ਹੀ ਇਜ਼ ਕੁਆਇਟ ਕੌਨਫੀਡੈਂਟ, ਉਹਨੂੰ ਛੱਡਣ ਦਾ ਕੋਈ ਰੀਜ਼ਨ ਨਹੀਂ, ਹੁਣ ਉਹ ਧੜੱਲੇ ਨਾਲ ਜਾ ਕੇ ਬਿਜ਼ਨਸ ਕਰ ਸਕਦਾ। ਐਜ਼ ਅ ਮੈਟਰ ਆਫ ਫੈਕਟ ਜੇ ਚਾਹੇ ਤਾਂ ਉਹ B1 B2 ਵੀ ਕਰ ਸਕਦਾ ਆਪਣੇ ਨਾਲ ਸਪਾਂਸਰ। ਤੇ ਜਿਸ ਤਰ੍ਹਾਂ ਹੁਣ ਅਮਰਿੰਦਰ ਭਾਜੀ ਦੇ ਗਰੁੱਪ ਦੇ ਵਿੱਚ ਹੋਣਾ ਸ਼ੁਰੂ ਹੋਇਆ, ਤੇ ਅਮਰਿੰਦਰ ਨੇ ਪਹਿਲਾਂ ਵਿਸ਼ਾਲ ਨਾਲ ਗੱਲ ਕੀਤੀ, ਵਿਸ਼ਾਲ ਫਰੈਂਡਸ ਨਾਲ, ਉਹ ਬੰਦੇ ਵੀ ਕੁਝ ਹਾਂ ਕੀਤੀ ਲੋਕਾਂ ਨੇ, ਤੇ ਨਾਲ ਹੀ ਗੁਰਮਰ ਨੇ ਅਮਰਿੰਦਰ ਦੇ ਨਾਲ ਰਲ ਕੇ ਮੁਕੇਸ਼ ਨੂੰ ਸਪਾਂਸਰ ਕੀਤਾ। ਸੋ B1 B2 ਹੋ ਗਏ। ਸੋ B ਹੋ ਗਿਆ, ਸੌਰੀ ਵਿਸ਼ਾਲ, B1 ਹੋ ਗਿਆ ਮੁਕੇਸ਼, ਤੇ ਹੁਣ ਅਮਰਿੰਦਰ ਹੋਰ ਬੰਦਿਆਂ ਨੂੰ ਵੀ ਅਮਰਿੰਦਰ ਨੇ ਬੁੱਕ ਸ਼ੇਅਰ ਕੀਤੀ ਹੋਈ ਹੈ, ਤੇ ਉਹ B2 ਹੋ ਜਾਏਗਾ, B3 ਹੋ ਜਾਏਗਾ, ਉਹ ਵੀ ਹੋਈ ਜਾ ਰਿਹਾ। ਫਿਰ ਮੁਕੇਸ਼ ਨੇ ਵੀ ਆਪਣੇ ਇੱਕ ਫਰੈਂਡ ਨੂੰ, ਸ਼ਸ਼ੀਕਾਂਤ ਨੂੰ ਜਾਂ ਬ੍ਰਦਰ ਇਨ ਲਾਅ ਨੂੰ ਐਡ ਕੀਤਾ ਗਰੁੱਪ ਦੇ ਵਿੱਚ। ਸੋ ਸ਼ਸ਼ੀਕਾਂਤ ਵੀ ਹੁਣ ਥੱਲੇ ਜਾਣਾ ਚਾਹੁੰਦਾ। ਸੋ B1 B2 B3, ਫਿਰ ਉਹਨਾਂ ਦਾ C1 C2 C3 D1 D2 D3, ਏਦਾਂ ਵੀ ਹੋ ਰਿਹਾ ਬਿਜ਼ਨਸ।
ਤੇ ਥੱਲੇ ਨੂੰ ਵੀ ਜਾ ਰਿਹਾ, ਵਾਈਡ ਵੀ ਜਾ ਰਿਹਾ, ਤੇ ਅਮਰਿੰਦਰ ਨਾਲ ਟ੍ਰੇਨਿੰਗ ਵੀ ਲੈ ਰਿਹਾ। ਸੋ ਉਹ ਜਿਹੜਾ ਬੰਦਾ ਇਨੀਸ਼ੀਅਲ ਹੈਗਾ ਉਹਦਾ ਟ੍ਰੇਨਿੰਗ ਪੀਰੀਅਡ ਵੀ ਚੱਲ ਰਿਹਾ, ਤੇ ਨਾਲ ਉਹ ਇਹ ਵੀ ਸਿੱਖ ਰਿਹਾ ਕਿ ਸਪਾਂਸਰ ਕਿੱਦਾਂ ਕਰਨਾ ਫਸਟ ਹੈਂਡ ਬਾਈ ਡੂਇੰਗ ਦ ਥਰਡ ਪਾਰਟੀ ਦੇ ਅੰਦਰੋਂ ਦੀ ਅੱਗੇ ਇੱਕ ਸਬ ਥਰਡ ਪਾਰਟੀ ਕਿ ਮੈਂ ਇੱਕ ਬਿਜ਼ਨਸ ਸ਼ੁਰੂ ਕੀਤਾ, ਤੁਹਾਡੀ ਮਦਦ ਚਾਹੀਦੀ ਹੈ, ਐਂਡ ਦੈਨ ਕਨੈਕਟ ਦ ਕਾਲ, ਜੋ ਵੀ ਅਸੀਂ ਉਹਦੇ ਤੇ ਗੱਲ ਕਰ ਰਹੇ ਹਾਂ ਉਹਦੇ ਤੇ। ਸੋ ਸਾਡਾ ਜਿਹੜਾ ਮੈਕਸਿਮਮ ਟਾਈਮ ਹੈ 7th ਪ੍ਰੈਜੈਂਟੇਸ਼ਨ ਦੇ ਵਿੱਚ, ਸਾਡਾ ਮੈਕਸਿਮਮ ਟਾਈਮ ਇਜ਼ ਬੀਇੰਗ ਸਪੈਂਟ ਔਨ networking. So we are spending 100% of our time networking because ਹਲੇ ਤਾਂ ਅਸੀਂ ਪ੍ਰੋਡਕਟ ਦੀ ਕੋਈ ਗੱਲਾਂ ਹੀ ਨਹੀਂ ਕਰ ਰਹੇ ਲੋਕਡਾਊਨ ਦੀ ਵਜ੍ਹਾ ਤੋਂ। ਤੇ ਫਿਰ ਜਿੰਨੇ ਵੀ ਬੰਦੇ ਇਹ ਝੁੰਡਾਂ ਦੇ ਝੁੰਡ ਸਪਾਂਸਰ ਹੋਣਗੇ, ਉੱਥੇ ਫਿਰ ਕੰਪਨੀ ਦੀ ਪਾਲਿਸੀ ਐਸੀ, ਦੈਟਸ ਵਾਈ ਆਈ ਆਲਵੇਜ਼ ਸੇ ਕਿ ਸਾਡੀ ਕੰਪਨੀ ਜਿਹਦੇ ਨਾਲ ਅਸੀਂ ਕੰਮ ਕਰਦੇ ਆ, ਤੇ ਇਹ ਵਾਲਾ ਸਾਡਾ ਸਿਸਟਮ ਜਿਹੜਾ ਉਹਨਾਂ ਦਾ ਮੈਰਿਜ ਆ ਆਪਸ ਦੇ ਵਿੱਚ। ਸੋ ਜਿਵੇਂ ਹੀ ਅਸੀਂ ਕਿਸੇ ਬੰਦੇ ਨੂੰ ਬੁੱਕ ਦੇ ਕੇ ਐਜੂਕੇਸ਼ਨ ਇਨਫੋਰਮੇਸ਼ਨ ਭੇਜ ਕੇ ਮੀਟਿੰਗਸ ਦੇ ਵਿੱਚ ਲੈ ਕੇ ਤੇ ਸਿਖਾਉਂਦੇ ਆ, ਤੇ ਉਹ ਸਿੱਖਦਾ ਤੇ ਨਾਲ ਥੱਲੇ ਬਿਜ਼ਨਸ ਬਿਲਡ ਹੁੰਦਾ। ਤੇ ਆਬਵੀਅਸਲੀ Mukesh will only be able to, able means ability, he will only be able to sponsor Shashikant when Mukesh has done his eligible 2cc business, right? ਉਹ ਕੰਪਨੀ ਵੱਲੋਂ ਪਾਲਿਸੀ ਹੈ। ਸੋ ਸਾਡੇ ਲਈ ਉਹ ਵਧੀਆ ਚੀਜ਼ ਹੋ ਗਈ। ਹੁਣ ਪਹਿਲਾਂ ਇਹ ਕੰਪਨੀ ਦੀ ਪਾਲਿਸੀ ਨਹੀਂ ਸੀ। ਪਹਿਲਾਂ ਕੰਪਨੀ ਕਹਿੰਦੀ ਸੀ ਵੀ ਜਿਸ ਤਰ੍ਹਾਂ ਤੁਸੀਂ ਕੁਬੇਰ ਭਾਜੀ ਕਿਹਾ ਨਾ ਵੀ 24 ਘੰਟੇ ਦੇ ਅੰਦਰ ਤੁਸੀਂ 10 ਮਿੰਟ ਦੇ ਅੰਦਰ ਬੰਦੇ ਸਪਾਂਸਰ ਕਰ ਸਕਦੇ ਸੀਗੇ। ਸੋ ਤੁਸੀਂ ਹੁਣ ਸਪਾਂਸਰ ਹੋਏ, ਨਾਲ ਹੀ ਬੰਦੇ ਨੂੰ ਫਰੈਂਡ ਨੂੰ ਫੋਨ ਮਾਰਿਆ, ਉਹ ਵੀ ਸਪਾਂਸਰ ਹੋ ਜੇ। ਸੋ ਤੁਸੀਂ ਕਰ ਸਕਦੇ ਸੀ, ਤੁਹਾਡੇ ਕੋਲ ਐਲੀਜੀਬਿਲਿਟੀ ਸੀਗੀ, ਤੁਸੀਂ ਕਰ ਸਕਦੇ ਸੀ। ਪਰ ਹੁਣ ਕੰਪਨੀ ਕਹਿੰਦੀ ਕਿ ਤੁਸੀਂ 2cc ਕਰੋ। ਸੋ 1 ਘੰਟੇ ਦੇ ਅੰਦਰ ਅੰਦਰ ਜੇ ਤੁਸੀਂ 30,000 ਖਰਚ ਲੈਣੇ ਹੋ ਤਾਂ ਵੀ ਕਰ ਸਕਦੇ ਹੋ ਤੁਸੀਂ। ਸੋ ਇਟਸ ਪੋਸੀਬਲ। ਬਾਹਰਲੇ ਮੁਲਕਾਂ ਵਿੱਚ ਸਟਾਰਟਰ ਪੈਕ ਹੁੰਦਾ, ਤੁਸੀਂ ਵੈਬਸਾਈਟ ਤੇ ਜਾਓ, ਸਟਾਰਟਰ ਪੈਕ ਆਰਡਰ ਕਰੋ, ਜਿਵੇਂ ਤੁਹਾਡਾ ਆਰਡਰ ਪਲੇਸ ਹੋਇਆ you move to assistant supervisor in the business and you can sponsor people. ਚਲੋ ਕਈ ਵਾਰ ਬੰਦੇ ਨੂੰ ਇੱਥੇ ਚੈਲੰਜ ਆਉਂਦਾ ਵੀ ਪੈਸੇ ਨਹੀਂ ਹੁੰਦੇ ਜਾਂ ਸਮਝ ਨਹੀਂ ਆਈ ਹੁੰਦੀ, ਸੋ ਇਸ ਕਰਕੇ। ਸੋ ਕੰਪਨੀ ਸਾਨੂੰ ਕਿੱਥੇ ਹੈਲਪ ਕਰਦੀ ਹੈ ਕਿ ਮੁਕੇਸ਼ will have to do 2cc, only then he will be able to sponsor Shashikant. ਉਹਦੇ ਨਾਲ 2cc ਕਰਨ ਨਾਲ ਹੋਇਆ ਕੀ ਕਿ ਉਹਦੇ ਘਰ ਪ੍ਰੋਡਕਟ ਆ ਗਏ, ਉਹ ਪ੍ਰੋਡਕਟਸ ਨੂੰ ਯੂਜ਼ ਕਰਨਾ ਸ਼ੁਰੂ ਕਰਤਾ। ਸੋ ਹੁਣ ਪ੍ਰੋਡਕਟ ਬਾਰੇ ਫਿਰ ਉਹ ਪ੍ਰੋਡਕਟ ਦੀ ਜਾਣਕਾਰੀ ਲੈਣਾ ਚਾਹੇਗਾ, ਉਹਦੇ ਲਈ ਅਸੀਂ ਪੈਰਲਲ ਪ੍ਰੋਡਕਟ ਦਾ ਗਰੁੱਪ ਬਣਾਇਆ ਹੋਇਆ, ਉੱਥੇ ਉਹ ਪ੍ਰੋਡਕਟ ਬਾਰੇ ਸਿੱਖਣਾ ਸ਼ੁਰੂ ਕਰ ਦੇਗਾ। ਸੋ ਉਹ ਪ੍ਰੋਡਕਟ ਬਾਰੇ ਵੀ ਯੂਜ਼ ਵੀ ਕਰੇਗਾ ਪ੍ਰੋਡਕਟਸ ਨੂੰ, ਤੇ ਉਹਨੂੰ ਸ਼ੇਅਰ ਵੀ ਕਰਨਾ ਪਸੰਦ ਕਰੇਗਾ, ਪਰ ਜਾਣਕਾਰੀ ਵੀ ਲੈਣੀ ਪਸੰਦ ਕਰੇਗਾ। ਸੋ ਉਹਦੇ ਕੋਲ ਹੁਣ ਉਹਦੀ ਟ੍ਰੇਨਿੰਗ ਹੋਰ ਵੀ ਇੰਟੈਂਸ ਹੋ। ਆਪਾਂ ਜਿਸ ਤਰ੍ਹਾਂ ਕੱਲ ਕਿਹਾ ਸੀਗਾ ਨਾ ਵੀ ਬੰਦੇ ਛੱਡਦੇ ਕਿਉਂ ਨੇ, देयर आर 2 ਰੀਜ਼ਨਸ ਫॉर ਡ੍ਰੌਪ ਆਊਟਸ। ਪਹਿਲਾ ਕਿ they are not making money, second was they haven't had an experience with the product. ਇਹ ਦੋ ਕਾਰਨ ਨੇ। ਜੇ ਬੰਦੇ ਨੇ ਪ੍ਰੋਡਕਟ ਨਹੀਂ ਯੂਜ਼ ਕੀਤੇ ਤਾਂ ਵੀ ਛੱਡੇਗਾ, ਜੇ ਪੈਸੇ ਨਹੀਂ ਬਣਾਏ ਤਾਂ ਵੀ ਛੱਡੇਗਾ। ਹੁਣ ਅਸੀਂ ਪੈਸੇ ਬਣਾਉਣ ਲਈ ਉਸ ਨੂੰ ਨੈਟਵਰਕ ਬਣਾ ਕੇ ਦੇ ਰਹੇ ਹਾਂ, ਤੇ ਪ੍ਰੋਡਕਟ ਯੂਜ਼ ਕਰਨ ਲਈ ਉਹਨੇ 2cc ਕਰ ਲਿਆ। ਸੋ ਇਟਸ ਅ ਫੈਂਟੈਸਟਿਕ ਥਿੰਗ। ਸੋ ਇਨ ਦ ਮੀਨ ਟਾਈਮ ਜਦੋਂ ਤੱਕ ਉਹਦੇ 2 ਮਹੀਨਿਆਂ 2cc ਕੰਪਲੀਟ ਹੋਣੇ ਆ ਸਾਡੇ GPCC ਕਾਰਡ ਦੇ ਨਾਲ, ਜੇ ਉਹ ਅਵੇਲ ਕਰਨਾ ਚਾਹੁੰਦਾ ਤਾਂ 2 ਮਹੀਨੇ ਉਹਨੂੰ ਲੱਗ ਜਾਣੇ ਪ੍ਰੋਡਕਟ ਯੂਜ਼ ਕਰਦੇ ਹੋਏ, 2 ਮਹੀਨੇ ਉਹ ਟ੍ਰੇਨਿੰਗ ਲਏਗਾ, 2 ਮਹੀਨੇ ਦੀ ਜ਼ੂਮ ਕਾਲਸ ਲਏਗਾ, ਤੇ 2 ਮਹੀਨਿਆਂ 'ਚ ਤੁਸੀਂ ਦੇਖ ਸਕਦੇ ਹੋ ਉਹਦਾ ਨੈਟਵਰਕ ਕਿੱਥੇ ਤੋਂ ਕਿੱਥੇ ਚੱਲ ਗਿਆ। ਸੋ ਥਿੰਗਸ ਆਰ ਵਰਕਿੰਗ ਸੋ ਆਸਮਲੀ ਵੈਲ। ਤਾਂ ਓਨਲੀ ਕੜੀ ਇੱਕ ਜਿਹੜੀ ਵੀਕ ਹੋ ਸਕਦੀ ਹੈ ਉਹ ਇਹ ਹੈ ਕਿ ਅਪਲਾਈਨ ਜਿਹੜੀ ਹੈਗੀ ਹੈ ਮਕਰੀ ਹੋ ਜਾਵੇ ਤੇ ਜਾ ਕੇ ਕੰਮ ਨਾ ਕਰੇ, ਰਾਈਟ? ਤੇ ਇਸੇ ਕਰਕੇ ਅਪਲਾਈਨ ਦੀ ਅਪਲਾਈਨ ਨੂੰ ਪੁੱਛੋ ਜਾਂ ਉਹਦੀ ਅਪਲਾਈਨ ਨੂੰ ਪੁੱਛੋ, ਜੇ ਸਾਰੇ ਮਨਾ ਕਰ ਦੇਣ ਤਾਂ ਸੁੱਕੀ ਨੂੰ ਪੁੱਛੋ, ਤੇ ਤਾਂ ਕਿ ਸਾਰੇ ਬੰਦੇ ਰਲ ਕੇ ਇੱਕ ਨੈਟਵਰਕ ਖੜਾ ਕਰ ਸਕਣ। ਸੋ ਵੀ ਆਰ ਵਰਕਿੰਗ ਵੈਰੀ ਵੈਲ ਔਨ ਥੀਸ ਥਿੰਗਸ। ਵੀ ਆਰ ਸਪਾਂਸਰਿੰਗ 100% ਆਫ ਦਾ ਟਾਈਮ। ਫਿਰ ਉਸ ਤੋਂ ਬਾਅਦ ਵੀ ਕੰਪਨੀ ਇਜ਼ ਮੇਕਿੰਗ ਸ਼ੋਰ ਕਿ ਦੇ ਬਾਈ ਪ੍ਰੋਡਕਟਸ of the value of 30,000. It's a huge range of products. ਉਹ ਵੀ ਯੂਜ਼ ਕਰ ਲੇਗਾ, ਉਹਦਾ ਐਕਸਪੀਰੀਅੰਸ ਵੀ ਵੱਧ ਜਾਏਗਾ, ਉਹ ਪ੍ਰੋਡਕਟ ਦੀ ਨੌਲੇਜ ਵੀ ਲੈਣਾ ਚਾਹੇਗਾ, ਕਿਉਂਕਿ ਜੇ ਯੂਜ਼ ਕੀਤਾ ਤਾਂ ਉਹਦੇ ਐਕਸਪੀਰੀਅੰਸ ਹੋਣਗੇ ਤਾਂ ਨੌਲੇਜ ਵੀ ਲਏਗਾ। ਫਿਰ ਉਹ ਸ਼ੇਅਰ ਵੀ ਕਰਨਾ ਚਾਹੇਗਾ ਕਿਸੇ ਦੇ ਨਾਲ ਬਿਕੋਜ਼ ਆਫ ਹਿਜ਼ ਨੌਲੇਜ। ਹੀ ਨੋਜ਼ ਕਿ ਇਹ ਤਾਂ ਐਲੋਵੇਰਾ ਯਾਰ, ਇਹ ਤਾਂ ਕੁਛ ਹੋਰ ਹੀ ਚੀਜ਼ ਹੈ, ਮੈਂ ਕੁਛ ਹੋਰ ਜਾਣਦਾ ਸੀ ਇਹਦੇ ਬਾਰੇ, ਉਹ ਹੋ ਜਾਏਗਾ। ਫਿਰ ਉਹ ਕਿਸੇ ਵੀ ਦੋਸਤ ਨੂੰ ਜਦੋਂ ਮਿਲੇਗਾ ਤਾਂ ਉਹ ਕਹੇਗਾ ਭਾਈ ਸਾਹਿਬ ਮੇਰਾ ਤਾਂ ਬਿਜ਼ਨਸ ਚੱਲ ਵੀ ਪਿਆ, ਮੈਂ ਤਾਂ ਹਲੇ ਸ਼ੁਰੂ ਕੀਤਾ, ਨਾ ਕੋਈ ਦੁਕਾਨ ਪਾਈ, ਨਾ ਕੁਛ ਵੀ ਨਹੀਂ ਕੀਤਾ, ਖੋਲਿਆ ਤੇ ਚੱਲ ਪਿਆ। ਉਹ ਬਹੁਤ ਐਕਸਾਈਟਿੰਗ ਹੋ ਜਾਏਗਾ ਉਹਦੇ ਵਾਸਤੇ। ਮੈਂ ਹੁਣ ਅਸੀਂ ਜਿਹੜੀ ਸ਼ੁਰੂ ਚ ਗੱਲ ਕਰ ਰਹੇ ਸੀ ਮੈਂ ਤੇ ਅਮਰਿੰਦਰ, ਇਹ ਸੀ ਕਿ ਵਿਸ਼ਾਲ ਉਹਨਾਂ ਨੂੰ ਸਾਨੂੰ ਦੱਸਣਾ ਨਹੀਂ ਪੈ ਰਿਹਾ ਵੀ ਕਿਹੜੀ ਕਿਹੜੀ ਚੀਜ਼ਾਂ ਉਹਨਾਂ ਨੂੰ ਕਰਨੀਆਂ ਪੈਣੀਆਂ। ਇਟਸ ਅ ਕਾਈਂਡ ਆਫ ਆਟੋਮੈਟਿਕ ਫॉर them ਕਿ ਇਹ ਤਾਂ ਸਾਰੀਆਂ ਚੀਜ਼ਾਂ ਕਰਨੀਆਂ ਹੀ ਪੈਣੀਆਂ। ਸੋ ਉਹਨਾਂ ਦੀ ਕੰਡੀਸ਼ਨਿੰਗ ਇਹ ਹੈ ਕਿ ਮਤਲਬ ਇੰਨਾ ਕੁ ਤਾਂ ਸਾਨੂੰ ਭੱਜਣਾ ਹੀ ਪੈਣਾ ਕਿਉਂਕਿ ਬਾਕੀ ਵੀ ਭੱਜ ਰਹੇ। ਸੋ ਉਹ ਵਿਜ਼ਿਬਿਲਿਟੀ ਆਫ ਦਾ ਬਿਲਡਿੰਗ ਹੈ, ਤੇ ਸੁੱਖੀ ਦੀ ਬਿਲਡਿੰਗ ਨਜ਼ਰ ਆ ਰਹੀ ਹੈ। ਸੋ ਐਵਰੀਬਡੀ ਸੇਜ਼ ਕਿ ਠੀਕ ਹੈ ਯਾਰ, ਜਿਹੜਾ ਕੰਮ ਇਹ ਕਰ ਰਹੇ ਨੇ ਉਹ ਦਿਖ ਰਿਹਾ। ਸੋ ਜਿਸ ਕੰਮ ਲਈ ਤੁਸੀਂ ਲੱਗੇ ਹੋਏ ਹੋ ਉਹ ਨਜ਼ਰ ਆ ਰਿਹਾ, ਤੇ ਜਦੋਂ ਨਜ਼ਰ ਆ ਰਿਹਾ ਤਾਂ ਫਿਰ ਹੈਲਪ ਵੀ ਉਹੀ ਬੰਦੇ ਕਰ ਰਹੇ ਨੇ, ਰਾਈਟ? ਜਦੋਂ ਵੀ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਕੰਟਰੀ ਦੀ ਗਵਰਨਮੈਂਟ ਚੇਂਜ ਹੁੰਦੀ ਹੈ ਨਾ, ਤੇ ਗਵਰਨਮੈਂਟ ਭਾਵਾਂ ਚੇਂਜ ਹੋ ਜੇ, ਜਿਹੜੇ ਐਡਵਾਈਜ਼ਰ ਹੁੰਦੇ ਆ, ਸਲਾਹਕਾਰ ਹੁੰਦੇ, ਉਹ ਸੇਮ ਹੀ ਹੁੰਦੇ ਆ, ਪਿਛਲੀ ਗਵਰਨਮੈਂਟ ਦੇ ਵੀ, ਅਗਲੀ ਗਵਰਨਮੈਂਟ ਦੇ।
ਸੋ ਜਿਹੜੇ ਦੁਨੀਆ ਕੰਟਰੀ ਨੂੰ ਚਲਾ ਰਹੇ ਹੁੰਦੇ ਆ ਉਹ ਐਡਵਾਈਜ਼ਰੀ ਚਲਾ ਰਹੇ ਹੁੰਦੇ, ਸਲਾਹਕਾਰ, ਪਾਲਿਸੀ ਮੇਕਰਸ ਜਿਹੜੇ ਹੁੰਦੇ ਆ ਐਡਵਾਈਜ਼ਰਸ, ਉਹ ਚਲਾ ਰਹੇ ਹੁੰਦੇ ਆ ਕੰਟਰੀ ਨੂੰ ਪਹਿਲਾਂ ਵੀ। ਉਹ ਉਹਨਾਂ ਦੀ ਮਤਲਬ ਅੰਦਰਲਾ ਜੰਜਾਲ ਹੁੰਦਾ ਜਿਹੜਾ ਚਲਾ ਰਿਹਾ ਹੁੰਦਾ। ਉੱਪਰ ਤਾਂ ਸਿਰਫ ਲੀਡਰ ਹੀ ਚੇਂਜ ਹੁੰਦਾ। ਲੀਡਰ ਨੂੰ ਤਾਂ ਚੇਂਜ ਕਰਦੇ ਕਿ ਜਿਸ ਤਰ੍ਹਾਂ 10 ਬੰਦੇ ਨੇ ਕੰਟਰੀ ਦੇ ਪਾਲਿਸੀ ਮੇਕਰਸ, ਤੇ 8 ਬੰਦੇ ਮੰਨਦੇ ਆ ਉਸ ਪਾਲਿਸੀ ਨੂੰ ਤੇ 2 ਨਹੀਂ ਮੰਨਦੇ, ਤੇ ਲੀਡਰ ਦੀ ਲੀਡਰਸ਼ਿਪ ਇਹ ਹੁੰਦੀ ਕਿ ਉਹ 2 ਨੂੰ ਵੀ ਕੰਨ ਤੋਂ ਫੜ ਕੇ ਗਏ, ਇੱਕ ਕਰਨਾ ਆਪਾਂ। ਉਹ ਲੀਡਰਸ਼ਿਪ ਕਰਕੇ ਉਹਦੇ ਕਰਕੇ ਲੀਡਰ ਬਦਲਿਆ ਜਾਂਦਾ ਹੈ। ਐਡਵਾਈਜ਼ਰਸ ਹੀ ਹੁੰਦੇ ਨੇ ਸਾਰੀ ਦੁਨੀਆ ਨੂੰ ਚਲਾਉਣ ਵਾਲੇ। ਸੋ ਇਸੇ ਤਰ੍ਹਾਂ ਜਦੋਂ ਦੇਖਦਾ ਕਿ ਬੰਦਾ ਯਾਰ ਉਹੀ ਬੰਦੇ ਜਿਨ੍ਹਾਂ ਨੇ ਆਪਣਾ ਨੈਟਵਰਕ ਐਡਾ ਵੱਡਾ ਬਣਾਇਆ ਹੋਇਆ, ਉਹੀ ਬੰਦੇ ਜੇ ਸਾਡੀ ਹੈਲਪ ਕਰ ਰਹੇ ਨੇ ਤੇ ਸਾਨੂੰ ਇਤਰਾਜ਼ ਕੀ ਹੈ? ਠੀਕ ਹੈ ਨਾ। ਇਹ ਹੁਣ ਸਾਨੂੰ ਸਾਰੀਆਂ ਚੀਜ਼ਾਂ ਤੁਹਾਨੂੰ ਨਜ਼ਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀ ਮੈਂ ਦੱਸ ਰਿਹਾ। ਮੈਂ ਤਾਂ ਦੱਸ ਰਿਹਾ ਤਾਂ ਕਿ ਤੁਹਾਨੂੰ ਉਦੋਂ ਐ ਨਾ ਲੱਗੇ ਵੀ ਆਹ ਕਿੱਥੋਂ ਆ ਗਿਆ, ਓਵਰਵੈਲਮਿੰਗ ਨਾ ਹੋਵੇ। ਇਹੀ ਚੀਜ਼ਾਂ ਦੂਜੇ ਸਿਸਟਮ ਦੇ ਜਿਹੜੇ MLM ਦੇ ਟੀਚਰਸ ਹੁੰਦੇ ਨੇ ਜਾਂ ਲੀਡਰਸ ਹੁੰਦੇ ਨੇ, ਇਹ ਸਾਰੀਆਂ ਚੀਜ਼ਾਂ ਲੁਕੋ ਜਾਂਦੇ ਨੇ, ਦੱਸਦੇ ਨਹੀਂ। ਕਿਉਂ? ਕਿਉਂਕਿ ਉਹਨਾਂ ਨੂੰ ਵੀ ਨਹੀਂ, ਉਹਨਾਂ ਨੇ ਵੀ ਫਿਗਰ ਆਊਟ ਨਹੀਂ ਕੀਤੀਆਂ ਹੁੰਦੀਆਂ ਵੀ ਇਸ ਤਰ੍ਹਾਂ ਅੱਛਾ ਇਹ ਇਸ ਤਰ੍ਹਾਂ ਕਰਕੇ ਹੋ ਰਿਹਾ ਤਾਂ ਏਦਾਂ ਹੋ ਰਿਹਾ। ਨੋ, they don't go back and think, they don't use the law of induction ਵੀ ਯਾਰ ਇਹ ਹੋਇਆ ਜੋ ਕੁਝ ਵੀ ਹੋ ਰਿਹਾ ਕਿਉਂ ਹੋ ਰਿਹਾ, ਰੀਜ਼ਨਿੰਗ ਨਹੀਂ ਕੱਢਦੇ ਉਹਦੀ। ਸੋ ਮੈਂ ਉਹਦਾ ਲੌਜਿਕ ਤੇ ਰੀਜ਼ਨਿੰਗ ਨਾਲ ਕੱਢ ਕੇ ਫਿਰ ਉਹਨੂੰ ਸਮਝਾਉਣਾ ਲੋਕਾਂ ਨੂੰ ਕਿ ਇਹ ਇਸ ਕਰਕੇ ਹੋਊਗਾ ਕਿਉਂਕਿ ਤੁਸੀਂ ਏਦਾਂ ਕੀਤਾ ਸੀ। ਸੋ ਕਾਜ਼ ਐਂਡ ਇਫੈਕਟ। ਹੁਣ ਤੁਹਾਨੂੰ ਪਤਾ ਲੱਗ ਜਾਏਗਾ ਕਿ ਲੋਕੀ ਜਦੋਂ ਤੁਹਾਡੇ ਹਾਂ ਨਾਲ ਹਾਂ ਮਿਲਾ ਰਹੇ ਤਾਂ ਉਹ ਦੇਖ ਰਹੇ ਕਿ ਯਾਰ ਐਕਸਪਰਟ ਉਹੀ ਐਕਸਪਰਟ ਜਿਨ੍ਹਾਂ ਨੇ ਆਪਣਾ ਬਿਜ਼ਨਸ ਏਡਾ ਵੱਡਾ ਕੀਤਾ ਆ ਤੇ ਸੈਲਫਲੈਸਲੀ ਉਹ ਮੇਰੇ ਲਈ ਵੀ ਕੰਮ ਕਰ ਰਹੇ ਆ, ਪੈਸਾ ਮੇਰੇ ਤੋਂ ਮੰਗ ਨਹੀਂ ਰਹੇ, ਵੇਚਣ ਨੂੰ ਮੈਨੂੰ ਕੁਝ ਕਹਿ ਨਹੀਂ ਰਹੇ। ਸੋ ਆਈ ਕੈਨ ਬਿਲੀਵ ਇਨ them। ਸੋ ਇੱਕ ਨਹੀਂ ਹੁੰਦਾ, 2-3 ਹੁੰਦੇ ਆ, ਫਿਰ 14-15 ਜ਼ੂਮ ਕਾਲ ਤੇ ਹੁੰਦੇ ਆ। ਸੋ ਐਵਰੀਬਡੀ ਸਟਾਰਟਸ ਬਿਲੀਵਿੰਗ ਇਨ ਇਟ। ਫਿਰ WhatsApp ਤੇ ਸਾਡਾ ਗਰੁੱਪ ਹੈਗਾ, ਉੱਥੇ ਅਸੀਂ ਜਿਹੜਾ ਗੱਲਬਾਤ ਕਰਦੇ ਆ। ਦੈਟ ਇਜ਼ ਵਾਈ ਆਈ ਵਾਂਟ ਐਵਰੀਬਡੀ ਟੂ ਸ਼ੇਅਰ ਸਮਥਿੰਗ ਨਿਊ ਔਰ ਐਕਸਾਈਟਿੰਗ ਔਰ ਬੀ ਅ ਪਾਰਟ ਆਫ ਦੈਟ ਟਾਕਸ, ਸੋ ਦੈਟ ਤੁਹਾਡੇ ਜਿਹੜੇ ਨਾਲ ਬੰਦੇ ਆਏ ਹੋਏ ਨੇ ਉਹ ਵੀ, ਉਹਨਾਂ ਨੂੰ ਵੀ ਲੱਗੇ ਕਿ ਸਾਡਾ ਲੀਡਰ ਵੀ ਕੁਝ ਬੋਲ ਰਿਹਾ। ਸੋ ਦੇ ਗੈਟ ਮੋਰ ਪੰਪਡ ਅਪ ਬਿਕਾਜ਼ ਆਫ ਯੂ। ਸੋ ਦੇ ਆਰ ਲੁਕਿੰਗ ਐਟ ਯੂ ਕਿ ਤੁਸੀਂ ਉਹਨਾਂ ਨੂੰ ਬਿਲਡ ਕਰਕੇ ਦੋਗੇ। all of them might not be, ਸਾਰੇ ਬੰਦੇ ਸ਼ਾਇਦ ਮੈਨੂੰ ਸੁੱਖੀ ਨੂੰ ਨਾ ਸੀਕ ਕਰਨ, ਜਿਹੜੇ ਬਿਲਕੁਲ ਨਵੇਂ ਆਏ ਉਹ ਤਾਂ ਸੋਚਣਗੇ ਸੁੱਖੀ ਪਤਾ ਨਹੀਂ ਕਿਹੜਾ ਰੱਬ ਹੈ ਬਈ, ਇਹਨੂੰ ਪਤਾ ਨਹੀਂ ਕਹਿਣਾ ਕਿ ਨਹੀਂ ਕਹਿਣਾ। ਸੋ ਉਹ ਰੱਬ ਦੀ ਇਮੇਜ ਨੂੰ ਛੋਟਾ ਕਰਨ ਵਾਸਤੇ ਸਾਨੂੰ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਪੈਣੀਆਂ, ਤਾਂ ਕਿ ਤੁਸੀਂ ਜਦੋਂ ਮੈਨੂੰ ਸਵਾਲ ਪੁੱਛੋ ਮੈਂ ਜਵਾਬ ਦੇਵਾਂ, ਜਾਂ ਮੈਂ ਸਵਾਲ ਪੁੱਛਾਂ ਤੁਸੀਂ ਜਵਾਬ ਦਿਓ, ਤਾਂ ਉਹ ਲੱਗੇ ਆ ਸੁੱਖੀ ਵੀ ਇਹਨਾਂ ਵਿੱਚੋਂ ਹੀ ਹੈ, ਥੋੜਾ ਜੀ ਪਹਿਲਾਂ ਜਾਣਦਾ ਇਨਫੋਰਮੇਸ਼ਨ, ਹੋਰ ਕੁਝ ਨਹੀਂ। ਸੋ ਉਹ ਜੀ ਇੱਕ ਟੀਮ ਵਰਕ ਜਿਹਾ ਹੋ ਜਾਂਦਾ। ਸੋ ਵੀ ਆਰ ਵਰਕਿੰਗ ਵੈਰੀ ਨਾਈਸਲੀ ਔਨ ਦੈਟ। ਸੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ this is what I wanted to add here, the points which I noted so far। ਤੇ ਉਹਦੇ ਵਿੱਚੋਂ ਮੈਂ ਕਵਰ ਕਰ ਚੁੱਕਿਆ, ਪ੍ਰੋਡਕਟ ਕੰਜ਼ੰਪਸ਼ਨ ਕਰਤੀ, ਟ੍ਰੇਨਿੰਗ ਦੱਸਤੀ, finding ships ਹੋ ਗਿਆ, referrals can be connected back। yes, thank you so much। ਭਾਜੀ ਉਹ ਗ੍ਰਾਫ ਜਿਹੜਾ ਹੈਗਾ ਉਹ ਡਿਸਕਸ ਬਸ ਕਰ ਲਈ ਆਪਾਂ। ਹਾਂਜੀ ਇਹ ਚੀਜ਼ਾਂ ਤੁਹਾਨੂੰ ਸਮਝ ਆ ਗਈ ਜਿਹੜੀ ਮੈਂ ਦੱਸੀਆਂ ਤੁਹਾਨੂੰ? ਇਹਦੇ ਕੁਝ ਡਿਫਰੈਂਟ ਹੈ? ਯੈਸ ਵਰਿੰਦਰ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਭਾਈ ਡਿਸਕਸ ਕਰ ਲਈਏ ਪਹਿਲੇ, ਮੈਂ ਫਿਰ ਥੋੜਾ ਜਿਹਾ ਦੱਸਦਾ। ਮੈਂ ਕੁਝ ਪੁਆਇੰਟਸ ਲਿਖੇ, ਮੈਂ ਉਹ ਫਿਰ ਦੱਸਦਾ ਜੋ ਆਪਾਂ ਕੱਲ ਵੀ ਥੋੜਾ ਜਿਹਾ ਡਿਸਕਸ ਕੀਤਾ ਸੀ ਥਰਡ ਪਾਰਟੀ ਚ। ਵਿਸ਼ਾਲ ਨੇ ਇੱਕ ਕੁਐਸਚਨ ਜੋ ਦੱਸਿਆ ਸੀ ਉਹ ਮੈਂ ਦੁਬਾਰਾ ਦੱਸਦਾ ਤਾਂ ਕਿ ਡਾਕੂਮੈਂਟ ਵੀ ਹੋ ਜਾਏ। ਉਹ ਦੱਸੋ ਸਰ। ਕੱਲ ਜਿਸ ਤਰ੍ਹਾਂ ਉਹਨੇ ਕਬੀਰ ਭਾਜੀ ਨੇ ਕਿਹਾ ਕਿ ਆਪਾਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਹਰ ਕੋਈ ਨਹੀਂ ਅਗਰੀ ਕਰਦਾ। ਸਿਮਿਲਰ ਇੱਕ ਕੰਡੀਸ਼ਨ ਕੱਲ ਵਿਸ਼ਾਲ ਨੇ ਵੀ ਦੱਸੀ ਸੀ ਕਿ ਉਹਨਾਂ ਨੇ ਗੱਲ ਕੀਤੀ ਕਿਸੇ ਨਾਲ, 3 ਜਣਿਆਂ ਨਾਲ ਗੱਲ ਕੀਤੀ, ਉਹਨਾਂ ਵਿੱਚੋਂ 2 ਜਣਿਆਂ ਨੇ ਮਨਾ ਕਰਤਾ ਕਿ ਨਹੀਂ ਮੈਂ ਗੱਲ ਹੀ ਨਹੀਂ ਕਰਨੀ। ਤੇ ਉਹਦੇ ਰਿਲੇਟਿਡ ਅਸੀਂ ਫਿਰ ਕੱਲ ਡਿਸਕਸ ਕੀਤਾ ਸੀ ਤੇ ਉਹਦੇ ਵਿੱਚੋਂ ਕੁਝ ਬਹੁਤ ਵਧੀਆ ਪੁਆਇੰਟਸ ਨਿਕਲ ਕੇ ਆਏ ਸੀਗੇ। ਕਿ ਇੱਕ ਤਾਂ ਇਹ ਹੈ ਕਿ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਅਸੀਂ ਇੱਕਦਮ ਰਿਐਕਟ ਕਰਦੇ ਹਾਂ। ਜਦੋਂ ਬੰਦਾ ਸਾਨੂੰ ਅੱਗੋਂ ਅਪੋਜ਼ ਕਰਦਾ, ਮਨਾ ਕਰਦਾ, ਤਾਂ ਅਸੀਂ ਇੱਕਦਮ ਰਿਐਕਟ ਕਰਦੇ ਹਾਂ ਤੇ ਰਿਐਕਸ਼ਨ ਦੇ ਵਿੱਚ ਅਸੀਂ ਕੁਝ ਉਹਨੂੰ ਦੱਸਦੇ ਹਾਂ। ਕਈ ਵਾਰੀ ਕੁਝ ਜ਼ਿਆਦਾ ਦੱਸ ਦਿੰਦੇ ਹਾਂ, ਗਲਤ ਦੱਸ ਦਿੰਦੇ ਹਾਂ, ਤੇ ਕਈ ਵਾਰੀ ਕੁਝ ਜ਼ਿਆਦਾ ਓਵਰਵੈਲਮਿੰਗ ਦੱਸ ਦਿੰਦੇ ਹਾਂ ਜਿਹੜੀ ਅਗੇਨ ਉਹ ਸੈਟਬੈਕ ਕਰਦਾ, ਡਿਫੈਂਸਿਵ ਹੋ ਜਾਂਦੇ ਆ। ਉਹਦੇ ਬਜਾਏ ਸਾਨੂੰ ਇੱਕ ਪ੍ਰੋਬਲਮ ਸੋਲਵਰ ਬਣਨਾ ਚਾਹੀਦਾ, ਕਿਉਂਕਿ ਸਾਨੂੰ ਇਹ ਪਤਾ ਲੱਗ ਗਿਆ ਕਿ ਬੰਦਾ ਆਲਰੇਡੀ ਇੱਕ ਇਨਫੋਰਮੇਸ਼ਨ ਜਾਣਦਾ MLM ਬਾਰੇ, ਜੋ ਉਹਦਾ ਕੁਝ ਪ੍ਰੀਵੀਅਸ ਐਕਸਪੀਰੀਅੰਸ ਸੀਗਾ ਜੋ ਉਹਦਾ ਸਹੀ ਨਹੀਂ ਰਿਹਾ। ਉਹਦੀ ਪੇਨ ਸਾਨੂੰ ਪਤਾ ਲੱਗ ਗਈ ਕਿ ਹਾਂ ਉਹ ਬੰਦਾ ਇਸ ਵੇਲੇ ਪੇਨ 'ਚ ਹੈ, ਵੀ ਨੀਡ ਟੂ ਫਿਕਸ ਦਾ ਪੇਨ।
ਨੀਡ ਟੂ ਫਿਕਸ ਅ ਪ੍ਰੋਬਲਮ, ਤਾਂ ਅਸੀਂ ਉਹ ਪ੍ਰੋਬਲਮ ਫਿਕਸ ਕਰਨ ਦਾ ਤਰੀਕਾ ਇਹ ਹੈ ਕਿ ਆਪਾਂ ਉਹਦੀ ਗੱਲ ਸੁਣਨੀ ਹੈ, ਵੀਲ ਲੈਟ ਹਿਮ ਟਾਕ। ਉਹਨੂੰ ਕਹਾਂਗੇ ਕਿ ਮਤਲਬ ਉਹਨੂੰ ਥੋੜੀ ਸਿੰਪਥੀ ਉਹਦੇ ਨਾਲ ਦਿਖਾਣੀ ਵੀ ਇਸ ਤਰ੍ਹਾਂ ਦਾ ਕੀ ਹੋਇਆ ਸੀਗਾ ਵੀ ਤੂੰ ਇੰਨਾ ਜ਼ਿਆਦਾ ਇਹ 'ਚ ਅਗਰੈਸਿਵ ਹੋ ਗਿਆ ਕਿ ਨਹੀਂ ਮੈਂ ਗੱਲ ਹੀ ਨਹੀਂ ਕਰਨੀ। ਤੇ ਜੇ ਤਾਂ ਉਹ ਵਿਲਿੰਗ ਹੈ ਦੱਸਣ 'ਚ ਉਸ ਵੇਲੇ, ਤਾਂ ਲੈਟ ਹਿਮ ਸਪੀਕ, ਲੈਟ ਹਿਮ ਸ਼ੇਅਰ ਹਿਸ ਐਕਸਪੀਰੀਐਂਸਿਸ ਜੋ ਵੀ ਉਹਦੇ ਨਾਲ ਹੋਏ ਹੈ MLM ਦੇ ਵਿੱਚ। ਤੇ ਉਹਦੇ ਨਾਲ ਕੀ ਹੈ ਕਿ ਉਹ ਸਾਡੇ ਲਈ ਕੁਛ ਕੀ ਪੁਆਇੰਟਸ ਆ ਰਹੇ ਹੈ, ਕੁਛ ਉਹਦੇ ਜੋ ਪੇਨ ਏਰੀਆ ਸੀਗੇ ਉਹ ਆ ਰਹੇ, ਉਹ ਦੱਸ ਰਿਹਾ, ਤੇ ਅਸੀਂ ਉਹਨੂੰ ਨੋਟ ਕਰ ਲੈਣਾ ਇੱਕ ਜਗ੍ਹਾ ਤੇ, ਆਪਣਾ ਨੋਟਸ ਬਣਾ ਲੈਣੇ ਕਿ ਇਹ ਬੰਦਾ ਦਾ ਇਹ ਐਕਸਪੀਰੀਅੰਸ ਰਿਹਾ ਸੀਗਾ, ਇਹ ਮੇਰਾ ਫਰੈਂਡ ਹੈ। ਤਾਂ ਉਸ ਤੋਂ ਬਾਅਦ ਜਦੋਂ ਪੂਰੀ ਗੱਲ ਕਰ ਲੈਂਦਾ ਤਾਂ ਦੈਨ ਵੀ ਕੈਨ ਸੇ ਕਿ ਮੈਂ ਤਾਂ ਤੈਨੂੰ ਇੱਕ ਸਿੰਪਲ ਜਿਹਾ ਸਵਾਲ ਹੀ ਪੁੱਛਿਆ ਸੀਗਾ ਕਿ ਇਹ ਤਾਂ ਆਪਾਂ ਮਤਲਬ ਕਿਤੇ ਮਿਲ ਸਕਦੇ ਹਾਂ, ਇਟ ਇਜ਼ ਨੋਟ ਲੋਕਡਾਊਨ। ਜੇ ਲੋਕਡਾਊਨ ਵਾਲੀ ਜਿੱਦਾਂ ਦੀ ਹੁਣ ਕੰਡੀਸ਼ਨ ਇਸ ਤਰ੍ਹਾਂ ਦੀ ਨਾ ਹੋਵੇ ਤਾਂ ਆਪਾਂ ਸਿੰਪਲੀ ਉਹਨੂੰ ਕਹਿਣਾ ਵੀ ਮੈਂ ਤੈਨੂੰ ਸਿਰਫ ਇਹ ਪੁੱਛਣਾ ਸੀਗਾ ਵੀ ਆਪਾਂ ਮਿਲ ਸਕਦੇ ਹਾਂ, ਮੈਂ ਇੱਕ ਕੁਛ ਬਿਜ਼ਨਸ ਸ਼ੁਰੂ ਕੀਤਾ, ਉਹਦੇ ਬਾਰੇ ਕੁਛ ਤੇਰੀ ਹੈਲਪ ਚਾਹੀਦੀ ਸੀ, ਬਸ ਦੈਟਸ ਇਟ। ਤੇ ਤੂੰ ਤਾਂ ਵੀ ਮਤਲਬ ਪੂਰੀ ਮੇਰੀ ਗੱਲ ਸੁਣੀ ਨਹੀਂ, ਤੇ ਚਲੋ ਕੋਈ ਗੱਲ ਨਹੀਂ, ਐਨੀ ਹਾਓ ਆਪਾਂ ਹੁਣ ਫੇਰ ਕਦੇ ਡਿਸਕਸ ਕਰ ਲਾਂਗੇ, ਬਿਕੋਜ਼ ਯੂ ਆਰ ਨੋਟ ਇਨ ਦੈਟ ਸਟੇਟ ਕਿ ਆਪਾਂ ਹੁਣੇ ਉਹ ਡਿਸਕਸ ਕਰੀਏ। ਜਦੋਂ ਅਸੀਂ ਇਹ ਗੱਲ ਕਵਾਂਗੇ ਕਿ ਮੈਂ ਕੁਛ ਹੋਰ ਡਿਫਰੈਂਟ ਗੱਲ ਕਰਨੀ ਸੀਗੀ, ਜੋ ਤੂੰ ਦੱਸਿਆ ਇਸ ਤੋਂ ਡਿਫਰੈਂਟ ਸੀਗੀ ਉਹ ਗੱਲ, ਤਾਂ ਉਹ ਚੀਜ਼ ਉਹ ਕਿਊਰੀਅਸ ਕਰੇਗੀ ਤੁਹਾਡੇ ਫਰੈਂਡ ਨੂੰ, ਕਿ ਕੰਨ ਖੜੇ ਹੋ ਜਾਣਗੇ, ਕਿਊਰੀਅਸ ਕਰੇਗੀ ਕਿ ਮਤਲਬ ਮੈਂ ਤਾਂ ਇੰਨਾ ਕੁਝ ਦੱਸਿਆ ਵੀ ਇਹ ਕੁਛ ਨਵੀਂ ਚੀਜ਼ ਲੈ ਕੇ ਆਇਆ ਤੇ ਮੇਬੀ ਕੁਛ ਇੰਟਰਸਟਿੰਗ ਹੋਏ, ਦੈਨ ਹੀ ਵਿਲ ਇਨਸਿਸਟ ਕਿ ਦੱਸੋ। ਦੈਨ ਬਟ ਆਪਾਂ ਉਹਨੂੰ ਉਸ ਵੇਲੇ ਨਹੀਂ ਦੱਸਣਾ, ਕਿਉਂਕਿ ਉਸ ਵੇਲੇ ਮੈਂਟਲ ਸਟੇਟ ਜੋ ਹੋਏਗੀ ਉਹ ਅਪੋਜ਼ਿੰਗ ਹੀ ਹੋਏਗੀ ਬੰਦੇ ਦੀ ਉਸ ਵੇਲੇ। ਵੀਲ ਜਸਟ ਡ੍ਰੌਪ ਦਾ ਕੋਲ ਬਾਈ ਸੇਇੰਗ ਕਿ ਕੋਈ ਗੱਲ ਨਹੀਂ, ਆਪਾਂ ਫੇਰ ਕਦੇ ਗੱਲ ਕਰਾਂਗੇ ਇਹਦੇ ਬਾਰੇ, ਵੀ ਆਰ ਗੁੱਡ ਇਨਫ ਫॉर ਨਾਓ। ਮਤਲਬ ਨਾਰਮਲੀ ਗੁੱਡ ਟਰਮਸ ਵਿੱਚ ਆਪਾਂ ਕਾਲ ਡਿਸਕਨੈਕਟ ਕਰਨੀ ਹੈ। ਰਾਈਟ, ਬਿਲਕੁਲ ਰਾਈਟ। ਤੇ ਇੱਕ ਹੋਰ ਕੱਲ ਪੁਆਇੰਟ ਬਹੁਤ ਵਧੀਆ ਨਿਕਲ ਕੇ ਆਇਆ ਸੀਗਾ ਕਿ ਜਿਸ ਤਰ੍ਹਾਂ ਜਦੋਂ ਆਪਾਂ ਥਰਡ ਪਾਰਟੀ ਕਰਦੇ ਹਾਂ ਤੇ ਕਈ ਵਾਰੀ ਆਪਾਂ ਜਿੱਦਾਂ ਵਾਰਮ ਮਾਰਕੀਟ ਦੇ ਵਿੱਚ ਹੀ ਆਪਾਂ ਬਿਜ਼ਨਸ ਕਰ ਰਹੇ ਹਾਂ, ਤੇ ਕਦੀ ਨਾ ਕਦੀ ਸਾਡੇ ਕਿਸੇ ਨਾ ਕਿਸੇ ਫਰੈਂਡ ਨੇ ਸਾਨੂੰ ਕਿਹਾ ਹੁੰਦਾ ਕਿ ਯਾਰ ਮੈਂ ਕਦੇ ਮੌਕਾ ਮਿਲਿਆ ਨਾ, ਕੋਈ ਓਪਰਚੁਨਿਟੀ ਮਿਲੀ ਤੇ ਮੈਂ ਜੌਬ ਤੋਂ ਇਲਾਵਾ ਕੁਝ ਕਰਨਾ ਚਾਹੂੰਗਾ, ਮੈਨੂੰ ਕੋਈ ਮੈਂ ਕੁਝ ਬਿਜ਼ਨਸ ਲੱਭ ਰਿਹਾ ਯਾਰ, ਜੌਬ ਦੇ ਨਾਲ ਨਾਲ ਸੈਕਿੰਡ ਇਨਕਮ ਹੋਏ ਮੇਰੀ। ਇਸ ਤਰ੍ਹਾਂ ਦਾ ਕੁਛ ਨਾ ਕੁਛ ਹਰੇਕ ਦੇ ਫਰੈਂਡ ਸਰਕਲ 'ਚ ਕਿਸੇ ਨਾ ਕਿਸੇ ਨੇ ਕਿਹਾ ਹੁੰਦਾ। ਅਸੀਂ ਇਸ ਚੀਜ਼ ਨੂੰ ਲੈ ਕੇ ਇੱਕ ਆਈਸ ਬ੍ਰੇਕਿੰਗ ਕਨਵਰਸੇਸ਼ਨ ਸ਼ੁਰੂ ਕਰ ਸਕਦੇ ਹਾਂ, ਆਈਸ ਬ੍ਰੇਕਰ ਯੂਜ਼ ਕਰ ਸਕਦੇ ਇਸ ਚੀਜ਼ ਨੂੰ ਕਨਵਰਸੇਸ਼ਨ ਦਾ, ਕਿ ਯਾਦ ਤੂੰ ਮੈਨੂੰ ਫਲਾਣੀ ਜਗ੍ਹਾ ਤੇ ਬੈਠੇ ਤੂੰ ਇੱਕ ਵਾਰੀ ਏਦਾਂ ਕਿਹਾ ਸੀਗਾ ਕਿ ਆਪਾਂ ਕੋਈ ਓਪਰਚੁਨਿਟੀ ਹੋਏ ਤੇ ਮੈਂ ਕੁਝ ਕਰਨਾ ਚਾਹੂੰਗਾ। ਤਾਂ ਮੇਰੇ ਕੋਲ ਇੱਕ ਲੇਟੈਸਟ ਇਨਫੋਰਮੇਸ਼ਨ ਹੈਗੀ ਹੈ, ਇੱਕ ਬੜੀ ਇੰਟਰਸਟਿੰਗ ਚੀਜ਼ ਹੈ। ਨਹੀਂ, ਇਹਦੇ ਵਿੱਚ ਤੁਸੀਂ ਐਡ ਕਰ ਦੇਣਾ ਪਹਿਲਾਂ ਆਪਣਾ ਆਫਰ ਦੇਣ ਤੋਂ ਪਹਿਲਾਂ। ਅਕਸਰ ਇੱਥੇ ਹੀ ਗਲਤੀ ਹੁੰਦੀ ਹੈ ਸਾਡੀ, ਅਸੀਂ ਪਿਚ ਬਹੁਤ ਛੇਤੀ ਕਰਦੇ ਹਾਂ, ਪਿਚਿੰਗ ਤਾਂ ਬਹੁਤ ਬਾਅਦ ਚ ਕਰਨੀ ਹੈ, ਉਹ ਪੁੱਛੇ ਸਾਨੂੰ ਵੀ ਕੀ ਹੈ। ਤੁਸੀਂ ਸੌਰੀ ਮੈਂ ਤੁਹਾਨੂੰ ਇੰਟਰਪਟ ਕਰਤਾ ਬਿਕੋਜ਼ ਜ਼ਰੂਰੀ ਸੀਗਾ। ਤੁਸੀਂ ਕਿਸੇ ਨਾਲ ਮਿਲੇ, ਦੁਬਾਰਾ ਮਿਲੇ, ਤੇ ਉਹਨੂੰ ਇਹ ਵੀ ਨਹੀਂ ਕਹਿਣਾ ਯਾਦ ਹੈ, ਕਿਉਂਕਿ ਪੰਜਾਬੀ ਚ ਅਸੀਂ ਆਮ ਤੌਰ ਤੇ ਏਦਾਂ ਦੀ ਗੱਲਾਂ ਨਹੀਂ ਕਰਦੇ, ਇਹ ਅੰਗਰੇਜ਼ੀ ਜਾਂ ਹਿੰਦੀ ਚ ਕਰਦੇ। ਪੰਜਾਬੀ ਚ ਅਸੀਂ ਕਹਿੰਦੇ ਆ ਵੀ ਕਿਵੇਂ ਫਿਰ ਤੇਰਾ ਬਿਜ਼ਨਸ ਕਰਤਾ ਸ਼ੁਰੂ, ਤੇ ਅਸੀਂ ਏਦਾਂ ਪੁੱਛਦੇ ਹੁੰਦੇ ਹਾਂ, ਤੂੰ ਕਿਹੜਾ ਬਿਜ਼ਨਸ, ਤੂੰ ਕਹਿੰਦਾ ਸੀ ਉਦੋਂ ਮੈਂ ਕਰਨਾ ਉਹ ਫਲਾਣਾ ਕੰਮ। ਉਹ ਕਹੇ ਯਾਰ ਕਿੱਥੇ ਯਾਰ, ਆਪਾਂ ਕਿੱਥੇ, ਹਾਲੇ ਤਾਂ ਪੈਸੇ ਨਹੀਂ ਹੈਗੇ, ਨਾ ਟਾਈਮ ਮਿਲਦਾ, ਨਾ ਕੁਛ। ਉਹ ਪ੍ਰੋਬਲਮਸ ਤੁਹਾਨੂੰ ਅੱਗੇ ਦੱਸ ਰਿਹਾ ਕਿ ਉਹ ਤੁਸੀਂ ਨੋਟ ਕਰੀ ਜਾਣੀ, ਤੇ ਉਹ ਨੋਟ ਕਰਕੇ ਫਿਰ ਉਦੋਂ ਤਾਂ ਯਾਰ ਤੂੰ ਬੜਾ ਐਕਸਾਈਟਡ ਸੀਗਾ, ਤੂੰ ਤਾਂ ਕਹਿੰਦਾ ਆਪਾਂ ਐਂ ਕਰ ਦੇਣਾ, ਉਹ ਕਰ ਦੇਣਾ, ਤੂੰ ਵੀ ਯਾਰ ਤੇਰੇ ਵੀ ਕੰਮ ਫੋਕੀ ਹੀ ਆ ਯਾਰ। ਏਦਾਂ ਦੀ ਅਸੀਂ ਪੰਜਾਬ ਚ ਪੰਜਾਬੀ ਏਦਾਂ ਹੀ ਗੱਲ ਕਰਦੇ, ਤੇਰੇ ਯਾਰ ਕੰਮ ਤੂੰ ਕਹਿੰਦਾ ਕੁਝ ਆ ਕਰਦਾ ਕੁਝ ਆ, ਹਲੇ ਵੀ ਨਹੀਂ ਸ਼ੁਰੂ ਕੀਤਾ, ਮੈਂ ਤਾਂ ਸੋਚਿਆ ਤੂੰ ਸੀਰੀਅਸ ਹੈ। ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਉਹਨੂੰ ਉਸੇ ਦਿਨ ਵੀ ਤੁਸੀਂ ਪਿਚ ਕਰ ਸਕਦੇ ਹੋ, ਕਿਉਂਕਿ ਜੇ ਉਸੇ ਦਿਨ ਕਰੋਗੇ ਤਾਂ ਉਹ ਕਹੇਗਾ ਵੀ ਇਹਨੇ ਗੱਲ ਹੀ ਤਾਂ ਸ਼ੁਰੂ ਕੀਤੀ ਹੈ। ਠੀਕ ਹੈ ਨਾ। ਉਹ ਤੁਹਾਨੂੰ ਅਗਲੀ ਅਪਡੇਟ ਮਿਲ ਗਈ ਵੀ ਹਲੇ ਉਹਨੇ ਕੁਝ ਸ਼ੁਰੂ ਨਹੀਂ ਕੀਤਾ, ਤੇ ਫਿਰ ਉਹਨੂੰ ਫਿਰ ਨਾਲ ਗੱਲ ਕਰਨ ਤੋਂ ਪਹਿਲਾਂ ਪੁੱਛ ਲਓਗੇ ਯਾਰ ਤੇ ਫਿਰ ਹੁਣ ਕਿੱਦਾਂ ਹੈਗਾ ਹਲੇ ਆਈਡੀਆ ਕਿ ਡ੍ਰੌਪ ਕਰਤਾ। ਆਈਡੀਆ ਤਾਂ ਹੈਗਾ ਵੀ, ਫਿਰ ਦੱਸੇਗਾ ਵੀ ਫਿਰ ਕਿਉਂ ਡ੍ਰੌਪ ਕਿਉਂ ਕਰਤਾ, ਯਾਰ ਪੈਸੇ ਨਹੀਂ ਹੈਗੇ, ਜਾਂ ਘਰ ਦੇ ਵਿੱਚ ਪ੍ਰੋਬਲਮ ਆ ਗਈ, ਜਾਂ ਹੁਣ ਪਹਿਲਾਂ ਅੱਗੇ ਐ ਸੋਚੀਦਾ ਸੀ, ਉਹ ਸੋਚੀਦਾ ਸੀ।
ਉਮਰ ਹੋ ਗਈ, ਕੁਛ ਵੀ ਚੀਜ਼ਾਂ ਦੱਸੇਗਾ, ਉਹ ਸੁਣ ਲੈਣੀਆਂ ਅਸੀਂ, ਸੁਣਨਾ ਹੀ ਹੈ ਜਿੰਨਾ ਸੁਣ ਸਕੇ। ਫਿਰ ਕਿਸੇ ਦਿਨ ਦੁਬਾਰਾ ਮਿਲਣਾ, ਕਿਹਾ ਯਾਰ ਮੈਂ ਤੇਰੇ ਨਾਲ ਗੱਲ ਕਰਨੀ ਹੈ ਫੋਨ ਤੇ ਸਿੱਧਾ ਹੀ, ਕਿਹਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ, ਜੇ ਤੇਰੇ ਕੋਲ ਟਾਈਮ ਹੈਗਾ 5 ਮਿੰਟ ਤੇ ਆਪਾਂ ਗੱਲ ਕਰੀਏ, ਸਿੱਧਾ ਹੀ, ਕਾਫੀ ਦੇਰ ਬਾਅਦ। ਹੈਗਾ ਹਾਂਜੀ ਦੱਸੋ। ਆਪਾਂ ਉਦੋਂ ਗੱਲ ਕੀਤੀ ਸੀ ਕੰਮ ਦੀ, ਤੇਰੀ ਗੱਲ ਸੁਣ ਕੇ ਮੈਂ ਤਾਂ ਸੀਰੀਅਸ ਹੋ ਗਿਆ ਤੇ ਮੈਂ ਆਪਦਾ ਕੰਮ ਸ਼ੁਰੂ ਕਰਤਾ, ਤੇ ਹੁਣ ਮੈਨੂੰ ਤੇਰੀ ਮਦਦ ਚਾਹੀਦੀ ਹੈ, ਹੁਣ ਮੈਨੂੰ ਤੇਰੀ ਮਦਦ ਚਾਹੀਦੀ ਹੈ। ਉਹ ਤਾਂ ਉਹਨੂੰ ਇੱਕ ਚੜ੍ਹੇਗੀ ਤੇ ਉਤਰੇਗੀ ਵੀ, ਇਹਨੇ ਸ਼ੁਰੂ ਕਰਤਾ ਮੈਂ ਰਹਿ ਗਿਆ। ਸੋ ਉਹ ਕਹੇਗਾ ਦੱਸ ਕੀ ਹੈ, ਫਿਰ ਉੱਥੋਂ ਤੁਸੀਂ ਇਹੀ ਪ੍ਰੋਸੈਸ ਦੁਬਾਰਾ ਸ਼ੁਰੂ ਕਰ ਸਕਦੇ ਹੋ। ਦਿਸ ਇਜ਼ ਦ ਰਾਈਟ ਵੇ ਆਫ ਕਮਿਊਨੀਕੇਟਿਵ ਵੇ। ਉਹਦੇ ਚ ਸਕ੍ਰਿਪਟ ਨਹੀਂ ਲੱਗੇਗਾ ਤੁਹਾਡਾ ਸਾਰਾ ਕੁਝ ਨਾ, ਮਤਲਬ ਡਰਾਮਾ ਜਿਹਾ ਨਹੀਂ ਲੱਗੇਗਾ, ਓਰੀਜਨਲ ਲੱਗੇਗੀ। ਬਾਕੀ ਤੁਸੀਂ ਆਪਣੇ ਵਿਊ ਦੇ ਸਕਦੇ। ਨਹੀਂ ਗੁੱਡ ਇਨਫ ਭਾਜੀ, ਸਹੀ ਤੁਸੀਂ ਐਡ ਕਰਤਾ ਹੋਰ ਪੁਆਇੰਟਸ ਕਿ ਆਪਾਂ ਕਮਿਊਨੀਕੇਸ਼ਨ ਨੂੰ ਜ਼ਿਆਦਾ ਰੀਅਲ ਹੀ ਰੱਖਣਾ, ਸਕ੍ਰਿਪਟਡ ਨਾ ਲੱਗੇ। ਜੀ ਜੀ ਜੀ, ਥੈਂਕ ਯੂ। ਕਿਉਂਕਿ ਇਹਦੇ ਬਾਰੇ ਅਸੀਂ ਬਹੁਤ ਕਿਤਾਬਾਂ ਮੈਂ ਪੜ੍ਹੀਆਂ ਹੋਈਆਂ ਨਾ ਸੇਲਸ ਤੇ, ਇਹ ਸਾਰੀਆਂ ਚੀਜ਼ਾਂ ਅਸੀਂ ਪੜ੍ਹੀਆਂ ਹੋਈਆਂ ਨੇ ਪ੍ਰੈਕਟੀਕਲੀ। ਇਹ ਸੇਲਸ ਦੀਆਂ ਕਿਤਾਬਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਕਿਸ ਤਰ੍ਹਾਂ ਤੁਸੀਂ ਗੱਲਬਾਤ ਨੂੰ, we have 3 types of conversations, open and close and yes or no ਵਾਲੇ ਆਨਸਰਸ ਹੁੰਦੇ ਆ। ਉਹਨੂੰ ਓਪਨ ਐਂਡ ਹੀ ਰੱਖਣਾ ਆਪਣੇ ਕਨਵਰਸੇਸ਼ਨ ਨੂੰ, always try to keep it open end conversation, ਜਿੱਥੇ ਉਸ ਬੰਦੇ ਨੂੰ ਹਮੇਸ਼ਾ ਕੁਝ ਕਹਿਣ ਦਾ ਮੌਕਾ ਮਿਲੇ। ਵਕੀਲ ਜਿਹੜਾ ਹੁੰਦਾ, ਚੰਗਾ ਵਕੀਲ ਹੁੰਦਾ, ਉਹ ਮਤਲਬ ਕਲਾਇੰਟ ਨੂੰ ਬੁਲਵਾਉਂਦਾ ਵੱਧ ਤੋਂ ਵੱਧ, ਤੇ ਉਹ ਕਲਾਇੰਟ ਹੀ ਦਿੰਦਾ ਫਿਰ ਸਾਰੇ ਕੀ ਕਹਿੰਦੇ ਕਲੂਜ਼ ਅਗਲੇ ਲੱਭਣ ਲਈ, ਕੀ ਹੁੰਦਾ ਸੁਰਾਗ ਲੱਭਣ ਲਈ, ਠੀਕ ਹੈ। ਕਲੂਜ਼ ਲੈਣੇ ਉਹਦੇ ਤੋਂ ਵੀ ਕਿਹੜੀ ਕਿਹੜੀ ਚੀਜ਼ ਕਰਕੇ ਉਹਨੇ ਸੋਚਿਆ ਸੀ ਵੀ ਉਹ ਕਰਨਾ ਚਾਹੁੰਦਾ, ਕਿਹੜੀ ਕਿਹੜੀ ਚੀਜ਼ ਹੈਗੀ ਜਿਹੜੀ ਉਹਨੂੰ ਕਰਨ ਨਹੀਂ ਦੇ ਰਹੀ, ਕਿਹੜੀ ਕਿਹੜੀ ਚੀਜ਼ ਹੈ ਜੇ ਉਹਦੇ ਕੋਲ ਹੋਵੇ ਤੇ ਉਹ ਇਸ ਚੀਜ਼ ਨੂੰ, ਇਸ ਡਿਸੀਜਨ ਨੂੰ ਲੈਣਾ ਚਾਹੇ। So then the sale is made. So sale is already made before the sale. Closing is already done before you open the sale. वो close कर चुके होता customer, लेकिन not to appear aggressive and pushy, you just keep on asking those questions ਜਿੱਥੇ ਉਹਦਾ emotion ਜਿਹੜੀ reasoning mind ਆ ਬੰਦ ਹੋ ਜਾਵੇ ਤੇ ਉਹਦਾ ਜਿਹੜਾ faith ਵਾਲਾ ਏਰੀਆ subconscious ਉਹਦੇ ਚੋਂ ਨਿਕਲਣ ਚੀਜ਼ਾਂ, ਕਰਤਾ ਮੈਂ ਲਵਾਂ, ਮੈਨੂੰ ਆ ਨਹੀਂ, ਮੈਨੂੰ ਉਹ ਨਹੀਂ, ਉਹ ਬੰਦੇ ਤੋਂ ਬੰਦੇ ਤੇ ਡਿਪੈਂਡ ਕਰਦਾ। ਪਰ ਅਸੀਂ ਵੀ ਹੈਵ ਟੂ ਟਾਕ ਟੂ ਦਾ ਸਬਕੌਂਸ਼ੀਅਸ ਮਾਈਂਡ 100% ਆਫ ਦਾ ਟਾਈਮ ਜਦੋਂ ਉਹਦੇ ਨਾਲ ਗੱਲ ਕਰਦੇ ਸੀ। ਗੋਟ ਇਟ। ਆਲਰਾਈਟ ਸਰ, ਗੋਟ ਇਟ। ਕਰਾ ਦਾਂਗੇ ਤੁਹਾਡੀ ਇਹਦੀ ਵੀ ਪ੍ਰੈਕਟਿਸ ਕਰਾ ਦਾਂਗੇ ਚੀਜ਼ਾਂ ਦੀ, ਨੋ ਵਰੀਜ਼। ਸੋ ਕੁਬੇਰ ਵਾਂਟਸ ਟੂ ਲਰਨ ਦ ਗ੍ਰਾਫ ਆਫ ਦਿਸ। ਕੀ ਕੁਬੇਰ ਤੁਹਾਨੂੰ ਇਹਦੇ ਚ ਕੀ ਨਹੀਂ ਕਲੀਅਰ ਕਰਨਾ ਚਾਹੁੰਦੇ ਤੁਸੀਂ? ਲੈਟ ਮੀ ਨੋ। ਜਸਟ ਇੱਕ ਵਾਰ ਭਾਜੀ ਜਨਰਿਕ ਜਿਹੜਾ ਗ੍ਰਾਫ ਦਾ ਟਾਈਮ ਵਰਸਸ ਆਈ ਥਿੰਕ ਇਫ ਦੀ ਉਹ ਦੱਸਦੇ ਨੇ ਜੀ ਲੈਫਟ ਸਾਈਡ ਤੇ। ਹਾਂਜੀ, ਲੈਫਟ ਸਾਈਡ ਤੇ ਸਾਡਾ ਟਾਈਮ ਹੈਗਾ ਜਿਹੜਾ ਕਿੰਨੇ ਪਰਸੈਂਟ ਅਸੀਂ ਟਾਈਮ ਲਾਉਣਾ, the amount of concentration of the time, which is 0 to 100%, 0 10 20 30 40 50, this is ਕਿੰਨੇ ਪਰਸੈਂਟ ਅਸੀਂ ਕੰਮ ਟਾਈਮ ਲਾਉਣਾ। ਤੇ ਰਾਈਟ ਸਾਈਡ ਜਿਹੜਾ ਥੱਲੇ ਵਾਲਾ ਹੈਗਾ ਟਾਈਮ, ਉਹ ਹੈਗਾ how much time, like 1 month, 2 months, 3 months, 4 months, 5 months, 6 months, 7 months, or depending upon the speed. ਇੱਧਰ months ਨੇ ਥੱਲੇ, ਉੱਪਰ ਤੁਹਾਡਾ ਕਿੰਨੀ ਘੜੀਆਂ ਤੁਸੀਂ ਉਹਦੇ ਨਾਲ ਬਤਾਉਣੀਆਂ ਨੇ। ਸੋ ਕਹਿੰਦਾ ਵੀ in the beginning, so when we start from 0, it's the beginning. In the beginning month, maximum time will be spent on sponsoring. Left side ਤੇ sponsoring ਹੈਗੀ ਆ, so maximum time will be spent sponsoring people. ਇੱਧਰ which is month 0, right? ਜਿੱਥੇ month 0 ਜਿਹੜਾ ਲੈਫਟ ਸਾਈਡ ਤੇ ਹੈ ਨਾ, ਹਾਂਜੀ ਮੰਥ 0 ਜਦੋਂ ਸਟਾਰਟ ਕੀਤਾ ਤੁਸੀਂ। ਸੋ ਲੈਫਟ ਸਾਈਡ ਤੇ ਜਿਹੜਾ ਹੈਗਾ ਟਾਈਮ ਸਪਾਂਸਰਿੰਗ ਤੇ ਲਾਣਾ, ਤੇ ਰਾਈਟ ਸਾਈਡ ਤੇ these are the months happening, 1 2 3 4 ਆੜੇ ਥੱਲੇ ਹੈਗੇ ਨੇ, ਸੌਰੀ ਰਾਈਟ, let me saw ਇਹ ਵਾਲੇ ਨਾ, these are months, 1 2 3 4 5 6 7 months। ਤੇ ਇਧਰਲੇ ਪਾਸੇ ਕਿੰਨੇ ਪਰਸੈਂਟ ਆਫ ਦਾ ਟਾਈਮ ਸਾਡਾ goes into this activity that is sponsoring, S ਜਿਹੜਾ ਬਣਿਆ ਹੋਇਆ ਹੈ, ਠੀਕ ਹੈ। ਸੋ 10% 20% ਕਿੰਨਾ ਸਮਾਂ ਅਸੀਂ ਆਪਣੀ ਗੱਲਬਾਤ ਦਾ, ਜੇ ਅਸੀਂ 1 ਘੰਟੇ ਲਈ ਮਿਲੇ ਆ ਤਾਂ 60 ਮਿੰਟਸ ਲਈ ਮਿਲੇ ਆ ਤਾਂ for 50 minutes we need to be talking about sponsoring, how to
help him create a network, you know, ਉਹਦੇ ਬੰਦਿਆਂ ਨਾਲ ਗੱਲ ਕਰਨੀ ਜਾਂ ਉਹਦੇ ਕੋਲ ਰੈਫਰੈਂਸ ਲੈਣੇ ਜਾਂ ਉਹਦੇ ਉਹਦੀ ਇਮੈਜਿਨਰੀ ਉਹਦੇ ਲਈ ਸਪਾਂਸਰਿੰਗ ਕਰਨੀ ਦਿਮਾਗ ਦੇ ਵਿੱਚ ਵੀ ਉਹਨੂੰ ਮਿਲਾਂਗੇ, ਉਹਦੇ ਨਾਲ ਇਹ ਮਿਲਾਂਗੇ। ਮਤਲਬ ਸਾਡਾ ਮੈਕਸਿਮਮ ਟਾਈਮ ਜਿਹੜਾ ਹੈਗਾ ਸਪਾਂਸਰਿੰਗ ਤੇ ਹੀ ਬੀਤੇ। ਸੋ ਐਜ਼ ਟਾਈਮ ਗੋਜ਼ ਬਾਏ, ਜਿਵੇਂ ਜਿਵੇਂ ਟਾਈਮ ਗੋਜ਼ ਬਾਏ, ਦੈਟ ਮੀਨਸ ਦ ਨੈਟਵਰਕ ਇਜ਼ ਬਿਲਡਿੰਗ। ਬੰਦੇ ਤੁਹਾਡੇ ਨਾਲ ਸਪਾਂਸਰ ਹੋਣਾ ਸ਼ੁਰੂ ਹੋ ਗਏ। ਲੈਟਸ ਸੇ 4th month ਜਾਂ 5th month ਤੁਹਾਡੇ ਕੋਲ 5 ਬੰਦੇ ਹੋ ਗਏ ਜਿਨ੍ਹਾਂ ਨਾਲ ਤੁਸੀਂ ਕੰਮ ਕਰ ਰਹੇ ਹੋ, ਸਟਾਰਟ ਕਰਤਾ ਕੰਮ, ਰਾਈਟ। ਤੇ 5 ਗੋਲਡ ਸ਼ਿਪਸ ਲੱਭ ਗਈਆਂ ਤੁਹਾਨੂੰ out of 10, 20, 30 depending upon how you know effectively you do the 45-second presentation। ਤੇ ਚੌਥੇ ਪੰਜਵੇਂ ਮਹੀਨੇ ਜਾ ਕੇ let's say ਤੁਸੀਂ ਆਪਣਾ ਉਹ ਕੱਢ ਲਏ, ਇੱਥੇ ਆ ਕੇ ਤੁਹਾਡੇ ਕੋਲ 5 ਬੰਦੇ ਹੋ ਗਏ ਤਿਆਰ ਇਹ ਵਾਲੇ, ਠੀਕ ਹੈ ਨਾ। ਸੋ as soon as ਇੱਥੇ 5 ਤੁਹਾਨੂੰ ਲੱਭ ਗਏ, you then stop sponsoring, ਠੀਕ ਹੈ। ਤੁਸੀਂ ਤੁਹਾਡਾ ਸਪਾਂਸਰਿੰਗ ਵਾਲਾ ਕੰਮ ਖਤਮ ਹੋ ਗਿਆ। you now spend your time doing teaching ਜਾਂ ਬਾਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ। ਹੁਣ ਤੁਸੀਂ ਸਪਾਂਸਰਿੰਗ ਛੱਡਤੀ ਕਰਨੀ, you start teaching them do how to go down, ਉਹਨਾਂ ਨੂੰ ਸਿਖਾਉਣ ਲੱਗ ਗਏ ਕੀ ਕਰਨਾ। ਸੋ ਜਦੋਂ ਤੁਹਾਡਾ ਸ਼ੁਰੂ ਦੇ ਵਿੱਚ ਤੁਹਾਡਾ ਸਪਾਂਸਰਿੰਗ ਤੇ ਟਾਈਮ ਜ਼ਿਆਦਾ ਲੱਗੇਗਾ, ਪਰ ਜਦੋਂ ਤੁਹਾਨੂੰ ਬੰਦੇ ਲੱਭ ਗਏ ਫਿਰ ਉਸ ਤੋਂ ਬਾਅਦ ਸਪਾਂਸਰਿੰਗ ਤੇ ਟਾਈਮ ਘੱਟ ਜਾਏਗਾ, ਫਿਰ ਤੁਹਾਡਾ ਟੀਚਿੰਗ ਵੱਲ ਜ਼ਿਆਦਾ ਚੱਲ ਜਾਏਗਾ, ਰਾਈਟ। ਜਦੋਂ ਉਹ 5 ਬੰਦਿਆਂ ਨੂੰ ਤੁਸੀਂ 4 ਜਾਂ 5 ਡੀਪ ਲੈ ਗਏ, ਇਹੀ ਗ੍ਰਾਫ ਦੁਬਾਰਾ ਰਿਪੀਟ ਹੋ ਜਾਏਗਾ ਫਿਰ, ਹੈ ਨਾ, one more time till you have your entire pentagon। ਅੱਗੇ ਜਾ ਕੇ ਪ੍ਰੈਜੈਂਟੇਸ਼ਨ ਦੇ ਵਿੱਚ ਅਸੀਂ ਪੈਂਟਾਗਨ ਵਾਲੀ ਪ੍ਰੈਜੈਂਟੇਸ਼ਨ ਦੇਖਾਂਗੇ, ਅਸੀਂ 5 ਦੇ ਗਰੁੱਪਸ ਦੇ ਵਿੱਚ ਬੰਦਿਆਂ ਦੇ ਨਾਲ ਕੰਮ ਕਰਾਂਗੇ। Does it make sense? Yes ਭਾਜੀ, yes it does make sense, ਹਾਂਜੀ ਹਾਂ। ਜਿਹੜਾ ਗ੍ਰਾਫ ਥੱਲੇ ਆ ਰਿਹਾ ਇਹਦਾ ਮਤਲਬ ਤੁਹਾਡੇ ਕੋਲ ਇੰਨੇ ਬੰਦੇ ਹੁਣ ਸਪਾਂਸਰ ਹੋ ਗਏ, ਸੋ ਯੂ ਡੋਂਟ ਹੈਵ ਟੂ ਸਪਾਂਸਰ ਨੋ ਵਨ, ਯੂ ਡੋਂਟ ਵਾਂਟ ਟੂ ਸਪਾਂਸਰ। ਜਿਸ ਤਰ੍ਹਾਂ ਸੁੱਖੀ ਹੈ, ਹੁਣ ਸੁੱਖੀ 5ਵੇਂ ਤੋਂ ਬਾਅਦ 6ਵੇਂ ਕੋਲ ਜਾਂਦਾ ਡਰ ਰਿਹਾ, ਹੈ ਨਾ। ਮੇਰੇ ਕੋਲ 2 ਬੰਦੇ 3 ਬੰਦਿਆਂ ਨੇ ਹਾਂ ਕੀਤੀ ਹੋਈ ਹੈ, ਸੌਟ ਆਫ ਪੁੱਛਣਾ ਹੀ ਆ ਉਹਨਾਂ ਨੂੰ ਵੀ ਕਦੋਂ ਸ਼ੁਰੂ ਕਰਨਾ, ਤੇ ਆਈ ਐਮ ਸਕੇਅਰਡ ਟੂ ਕਾਲ them ਬਿਕੋਜ਼ ਫਿਰ ਮੈਨੂੰ ਉਹਨਾਂ ਨੂੰ ਬੇਸਿਕਸ ਸਿਖਾਉਣੇ ਪੈਣੇ, ਜਿਸ ਤਰ੍ਹਾਂ ਮੈਂ ਤੁਹਾਨੂੰ ਸਿਖਾ ਰਿਹਾ ਸੀ ਅਲੱਗ ਤੋਂ ਆ ਕੇ। ਤੁਸੀਂ ਮਤਲਬ ਤੁਸੀਂ ਇੱਕ ਬਹੁਤ ਵਧੀਆ ਕੰਮ ਕੀਤਾ ਸੀਗਾ ਕਿ ਯੂ ਵਾਂਟਡ ਟੂ ਮੀਟ ਮੀ ਸੈਪਰੇਟਲੀ from the group also, ਕਿ ਸੁੱਖੀ ਭਾਜੀ ਆਪਾਂ ਆਪਸ ਵੀ ਮਿਲਿਆ ਕਰਾਂਗੇ ਹਫਤੇ 'ਚ ਇੱਕ ਦਿਨ, so that I learn from the basics। ਉਹ ਮੈਨੂੰ ਫਿਰ ਹੋਰਾਂ ਨਾਲ ਹੁਣ ਕਰਨ ਦਾ ਫਿਲਹਾਲ ਮੇਰਾ ਮੋਡ ਆਫ ਵਰਕਿੰਗ ਜਿਹੜੀ ਬਣੀ ਹੋਈ ਹੈ ਪੀਕ ਤੇ ਹੈ ਬਹੁਤ, ਜਿੱਥੇ ਮੈਨੂੰ ਆਈਡੀਆਜ਼ ਪੀਕ ਵਾਲੇ ਆ ਰਹੇ ਹੈ। ਤੁਹਾਡੇ ਵਾਲੇ ਸਾਰਿਆਂ ਦੇ ਤੁਹਾਨੂੰ ਗਰੋ ਕਰਨ ਦੇ ਆਈਡੀਆਜ਼ ਮੇਰੇ ਦਿਮਾਗ 'ਚ ਚੱਲ ਰਹੇ ਨੇ, ਤੇ ਇਹੀ ਗਲਤੀ ਆਮ ਤੌਰ ਤੇ MLM ਕਰਦਾ ਕਿ ਉਹ ਪੀਕ ਵਾਲੇ ਬੰਦਿਆਂ ਨਾਲ ਗੱਲ ਕਰਦਾ ਕਰਦਾ ਥੱਲੇ ਚੱਲ ਜਾਂਦਾ, ਉਹ ਥੱਲੇ ਜਾ ਕੇ ਵੀ ਪੀਕ ਵਾਲੀਆਂ ਗੱਲਾਂ ਕਰਦਾ, ਤੇ ਜਦੋਂ ਥੱਲੇ ਜਾ ਕੇ ਪੀਕ ਵਾਲੀਆਂ ਗੱਲਾਂ ਕਰਦਾ ਤੇ ਉਹ ਬੰਦੇ ਕਨਫਿਊਜ਼ ਹੋ ਜਾਂਦੇ ਕਿ ਯਾਰ ਬੜਾ ਔਖਾ ਕੰਮ ਹੈ ਇਹਦਾ, ਮਤਲਬ ਇਹ ਵੀ ਕਰਨਾ ਪਊਗਾ। ਸੋ ਮੈਨੂੰ ਹੁਣ ਤੁਹਾਨੂੰ ਸਾਰਿਆਂ ਨੂੰ ਸਿਖਾਉਣ ਤੋਂ ਬਾਅਦ 3-3 4-4 ਡੀਪ ਭੇਜਣ ਤੋਂ ਬਾਅਦ ਮੈਨੂੰ ਯੂ ਨੋ ਸਾਰਾ ਕੁਝ ਅਨਲਰਨ ਕਰਨਾ ਪੈਣਾ ਇੱਕ ਵਾਰੀ ਫਿਰ, ਤੇ ਫਿਰ ਜਾ ਕੇ ਨਿਆਣਾ ਜਿਹਾ ਬਣ ਕੇ ਉਹਨਾਂ ਨਾਲ ਕੰਮ ਕਰਨਾ ਪੈਣਾ ਜਿਹੜੇ ਬਿਲਕੁਲ ਫਰੈਸ਼ ਆਉਣਗੇ। ਉਹ that is the fun part, that is where you enjoy multi-level marketing, you never grow like a big boy, you always work like become a child after a few days। 2-4 ਮਹੀਨੇ 5-6 ਮਹੀਨੇ ਲਾ ਕੇ ਇੱਕ ਗਰੁੱਪ ਵੱਡਾ ਕੀਤਾ, ਫਿਰ ਨਿਆਣੇ ਵਰਗੀ ਗੱਲਾਂ ਲੱਗੇ ਕਰ, ਠੀਕ ਹੈ ਨਾ। ਇਹ ਐਲੋਵੇਰਾ ਹੁੰਦਾ, ਹਾਂਜੀ ਭਾਜੀ ਐਲੋਵੇਰਾ ਹੁੰਦਾ, ਕਿੱਦਾਂ ਪੀਂਦੇ, ਏਦਾਂ ਪੀਂਦੇ, ਓਦਾਂ ਪੀਂਦੇ, ਕਿੰਨਾ ਲੈਣਾ ਹੁੰਦਾ, ਇੰਨਾ ਲੈਣਾ ਹੁੰਦਾ, ਜ਼ਰੂਰੀ ਨਹੀਂ ਹੁੰਦਾ, ਜ਼ਰੂਰੀ ਵੀ ਹੁੰਦਾ, ਮਤਲਬ ਇਹੋ ਜਿਹੀਆਂ ਗੱਲਾਂ। ਸੋ ਮੈਂ ਜੋ ਉੱਥੇ ਜਾ ਕੇ ਹੁਣ, ਹਾਂਜੀ ਇੱਕ ਅਪਰੋਚ ਹਰ ਕਿਸੇ ਨਾਲ ਨਹੀਂ ਆਪਾਂ ਵਰਤ ਸਕਦੇ, ਹਰ ਕਿਸੇ ਨਾਲ ਡਿਫਰੈਂਟ ਅਸੀਂ ਸਭ ਨਾਲ ਅਪਰੋਚ ਸੇਮ ਹੀ ਰੱਖਾਂਗੇ, ਪਰ ਏਜ ਦੇਖਣੀ ਹੈ ਨਾ ਆਪਾਂ। ਹੁਣ ਤੁਸੀਂ ਅਡਲਟ ਹੋ ਗਏ ਬਿਜ਼ਨਸ 'ਚ, ਰਾਈਟ, ਸੋ ਗੱਲਾਂ ਉਹੀ ਨੇ। ਅਡਲਟ ਹੋਣ ਤੇ ਜਾ ਕੇ ਮੈਂ ਅਡਲਟ ਵਾਲੀਆਂ ਉਹਨਾਂ ਨਾਲ ਗੱਲਾਂ ਕਰਾਂਗਾ, ਰਾਈਟ। ਤੇ ਸਮਾਰਟਨੈਸ ਇਹ ਹੋਏਗੀ ਮੇਰੀ ਜਾਂ ਸਭ ਦੀ ਕਿ ਮੈਂ ਥੋੜੇ ਦਿਨ ਉਹਨਾਂ ਨਾਲ ਬੱਚਿਆਂ ਵਾਲੀ ਗੱਲਾਂ ਕਰਕੇ ਤੁਹਾਡੇ ਵਿੱਚ ਛੱਡ ਦਾਂਗਾ ਉਹਨੂੰ ਲਿਆ ਕੇ ਇਹੋ ਜਿਹੀ ਕਾਲ ਦੇ ਵਿੱਚ, ਤੇ ਉਹ ਤੁਹਾਡੇ ਕੋਲੋਂ ਸਿੱਖੀ ਜਾਣਗੇ ਫਿਰ ਵੀ। ਤੇ ਵਿੱਚੋਂ ਦੇਖਣਗੇ ਯਾਰ ਇਹ ਤਾਂ ਅਮਰਿੰਦਰ ਵੀ ਉਹੋ ਜਿਹਾ ਸਵਾਲ ਪੁੱਛ ਰਿਹਾ ਜਿਹੜਾ ਮੇਰੇ ਦਿਮਾਗ 'ਚ ਸੀ, ਠੀਕ ਹੈ ਨਾ। ਜਿਸ ਤਰ੍ਹਾਂ ਆਰਪੀ ਭਾਜੀ ਪੁੱਛ ਲੈਂਦੇ ਸੀ ਸਵਾਲ ਤੇ ਕੁਬੇਰ ਭਾਜੀ ਨੂੰ ਲੱਗਦਾ ਸੀ ਹਲ ਤੇ ਆਰਪੀ ਭਾਜੀ ਵੀ ਕੁਝ ਨਹੀਂ ਜਾਣਦੇ, ਯੂ ਨੋ। ਸੋ ਆਪਸ ਦੇ ਵਿੱਚ ਏਦਾਂ ਹੋ ਜਾਂਦਾ ਵੀ ਸਾਰੇ ਬਰਾਬਰ ਜੀ ਲੱਗਦੇ ਆ, ਉਦਾਂ ਹੀ ਮਖੌਟੇ ਪਾਏ ਹੋਏ। So that's how you play with the this is your game, then how ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਕਰਨਾ। ਪਰ ਜੇ ਮੈਂ ਹੁਣ ਜਾ ਕੇ ਉੱਪਰ ਵਾਲਾ ਗਿਆਨ ਜਿਹੜਾ ਹੈਗਾ ਥੱਲੇ ਜਾ ਕੇ ਦੇਣ ਲੱਗ ਜਾ, ਫਿਰ ਕਨਫਿਊਜ਼ਨ ਹੋ ਜਾਂਦੀ, ਫਿਰ ਬੰਦੇ ਡਰ ਜਾਂਦੇ ਆ। ਉਹ ਅਕਸਰ ਹੋ ਜਾਂਦਾ, ਇਸੇ ਕਰਕੇ ਮੈਨੂੰ ਮੀਟਿੰਗਾਂ ਤੇ ਸੈਮੀਨਾਰ ਤੋਂ ਖਿੱਚ ਚੜ੍ਹਦੀ ਹੈ
ਕਿ ਜਿਹੜਾ ਬੰਦਾ ਸਟੇਜ ਤੇ ਖੜਾ ਉਹ 2-3-4 ਲੱਖ ਰੁਪਇਆ ਕਮਾ ਰਿਹਾ ਹੁੰਦਾ ਤੇ ਬਿਲਕੁਲ ਫਰੈਸ਼ ਬੰਦਾ ਅਸੀਂ ਫੜ ਕੇ ਲੈ ਕੇ ਜਾਂਦੇ ਆ, ਕੋਈ ਫੜ ਕੇ ਲੈ ਜਾਂਦੇ ਹੁੰਦੇ ਸੀਗੇ, ਉਹ ਵੈਸੇ ਹੀ ਇਕੱਠਾ ਹੋਇਆ ਬੈਠਾ ਹੁੰਦਾ, ਜੇਬ 'ਚ ਪੈਸੇ ਨਹੀਂ ਪਾ ਕੇ ਲਿਆਇਆ ਹੁੰਦਾ ਵੀ ਕਢਾ ਨਾ ਲੈਣ, ਤੇ ਉਹ ਸੁਣ ਰਿਹਾ ਹੁੰਦਾ ਵੀ ਇਹ ਹੋਗਾ, ਫਰੀडम ਹੋਗੀ, ਐਸਾ ਹੋਗਾ। ਉਹ ਕਹਿੰਦਾ ਮੈਨੂੰ ਤਾਂ ਰਿਮੋਟ ਕੰਟਰੋਲ ਫੜਨ ਦੀ ਫਰੀडम ਨਹੀਂ ਹੈਗੀ ਘਰ 'ਚ, ਇਹ ਮੈਨੂੰ ਹੁਣ ਜ਼ਿੰਦਗੀ 'ਚ ਫਰੀडम ਦਵਾਏਗਾ। ਤੇ ਉੱਥੇ ਉਹ ਕਹਿੰਦਾ ਵੀ ਜੇ ਮੈਂ ਆਪਣੀ ਮਰਜ਼ੀ ਦਾ ਚੈਨਲ ਲਾਣਾ ਹੋਏ ਤਾਂ ਛਿੱਤਰ ਪੈ ਜਾਂਦੇ ਮੈਨੂੰ ਵੀ, ਚਲੋ ਪਰਾਂ ਹੋ, ਬਾਅਦ 'ਚ ਰਿਕਾਰਡਿੰਗ ਦੇਖ ਲਈ ਜਾਂ YouTube ਤੇ ਦੇਖ ਲਈ, ਤੇ ਇੱਥੇ ਹੁਣ ਮੈਨੂੰ ਦਵਾਏਗਾ ਜ਼ਿੰਦਗੀ 'ਚ ਫਰੀडम। ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ, ਫਿਰ ਉਹ ਫਿਰ ਬੰਦਾ ਥੋੜਾ ਡੀ ਰਿਲੇਟ ਹੋ ਜਾਂਦਾ। ਸੋ ਇਸੇ ਕਰਕੇ ਮੈਨੂੰ ਮੀਟਿੰਗ ਸੈਮੀਨਾਰਸ ਤੋਂ ਡਰ ਲੱਗਦਾ ਕਿ ਜਦੋਂ ਅਸੀਂ ਲੋਕਾਂ ਨੂੰ ਲੈ ਕੇ ਜਾਵਾਂਗੇ ਤਾਂ ਪੀਪਲ ਗੈਟ ਅਫੈਂਡਡ, they don't get, you know, take it other way, they get offended. So ਅਕਸਰ ਜੇ 300-400 ਬੰਦੇ ਦੀ ਮੀਟਿੰਗ ਆ, ਉਹਦੇ 'ਚ 10-20-50 ਬੰਦੇ ਨਵੇਂ ਹੁੰਦੇ ਨੇ ਜਾਂ 20 ਕੀ ਹੁੰਦੇ ਆ ਮੈਕਸਿਮਮ। ਕਿਸੇ ਦਿਨੋਂ ਸਪੀਕਰ ਇਹੋ ਜਿਹਾ ਆਇਆ ਹੁੰਦਾ ਉੱਥੇ ਚੁਟਕਲੇ ਸੁਣਾਉਣੇ ਵਾਲਾ स्टेज पे, ਉਹਨੂੰ प्रमोट करके ले आए होंगे, वो आज फलाने बंदे की मीटिंग है, मजा ही बड़ा आता है उनकी मीटिंग में, तो ऐसे होता है वैसे, जैम पैक्ड ਹੁੰਦਾ रूम, ਲੋਕੀ ਚੁਟਕਲੇ ਸੁਣਨ ਆਏ ਹੁੰਦੇ ਆ ਤੇ ਮੁੜ ਕੇ ਫਿਰ ਉਹ ਚੁਟਕਲੇ ਸੁਣਾਉਂਦਾ ਤਿੱਖੇ ਤੇ ਸਰਕਾਸਟਿਕ ਜੇ, ਯੂ ਨੋ, ਪਿੰਚਿੰਗ ਪੀਪਲ, ਪਰਸਨਲੀ ਅਟੈਕਿੰਗ ਪੀਪਲ। ਜਿਹੜੇ ਫਰੈਸ਼ ਗਏ ਹੁੰਦੇ, ਕੋਈ ਇੰਜੀਨੀਅਰ ਹੁੰਦਾ, ਕੋਈ ਡਾਕਟਰ ਹੁੰਦਾ, ਕੰਮ ਛੱਡ ਕੇ ਗਿਆ ਹੁੰਦਾ, ਉੱਥੇ ਜਾ ਕੇ ਜਦੋਂ ਉਹਨਾਂ ਨੂੰ ਟਾਂਚਾ ਮਾਰਦਾ, ਆਪਕੋ जॉब में ये नहीं मिलता, फिर भी जॉब करते हैं, पता नहीं की बोली जाते हैं। जो डॉक्टर कहता भी किसी दिन सूई लगनी हुई ना तो मेरे क्लीनिक चाहिए, मैं तेन दसांगा फिर भी रब कौन है इत्थे। वो फिर ਇਹੋ ਜਿਹੀ offended ਜੀਆਂ ਟਾਕਸ ਹੋਣ ਸ਼ੁਰੂ ਹੋ ਜਾਂਦੀਆਂ ਨੇ। ਫਿਰ ਉਹੀ ਬੰਦਾ ਫਿਰ ਉਹਨੂੰ ਬੰਦੇ ਨੂੰ ਕਹੇਗਾ, ਉਹਨੂੰ ਕਹਿੰਦਾ आप डॉक्टर है, आपको कितने पैसे आते हैं, अब ये है हमारे यहाँ देखे आपने ऊपर स्टेज पर कितने डॉक्टर चढ़े। ਉਹ ਕਹਿੰਦਾ ਹਾਂਜੀ ਮੈਂ ਦੇਖੇ, ਜਿਹੜੇ ਚੜੇ ਸਾਰੇ ਹੋਮੋਪੈਥੀ ਹੈ, ਕੋਈ ਵੀ ਐਲੋਪੈਥ ਵਾਲਾ ਡਾਕਟਰ ਨਹੀਂ ਸੀਗਾ ਜਾਂ ਆਯੁਰਵੇਦ ਵਾਲੇ ਸੀਗੇ ਜਿਹਨਾਂ ਦਾ ਕੋਈ ਡਾਕਟਰੀ ਚੱਲਦੀ ਨਹੀਂ, ਮੈਂ ਦੇਖੇ ਆ। ਉਹ ਕਹਿੰਦਾ अभी आपने देखा इंजीनियर चढ़ के गए थे, कहता हाँ जी इंजीनियर तो थे लेकिन इनके पास प्रोजेक्ट कोई नहीं था पिछले 30 साल से। तो ਇਹੋ ਜਿਹੇ ਕੁਐਸਚਨ ਉੱਤੇ ਫਿਰ ਲੜਾਈਆਂ ਝਗੜੇ ਹੋਣ ਲੱਗ ਜਾਂਦੇ ਆ। why to get into that, simply teach people what needs to be done in MLM from very basic level। ਉਹਨਾਂ ਦੀ ਏਜ ਨੂੰ ਜ਼ਰੂਰ ਸਮਝੋ। ਇਸੇ ਕਰਕੇ ਦਿਸ ਗ੍ਰਾਫ ਇਜ਼ ਆਸਮ। ਸੋ ਇੱਕ ਵਾਰ ਜਦੋਂ ਤੁਸੀਂ ਲੋਕ ਤਿਆਰ ਹੋ ਗਏ ਤਾਂ ਆਬਵੀਅਸਲੀ ਜਿਹੜੇ ਬਿਲਕੁਲ ਫਰੈਸ਼ ਬੰਦੇ ਹੋਣਗੇ ਉਹਨਾਂ ਦੀ ਜ਼ੂਮ ਕਾਲਸ ਪਹਿਲਾਂ ਮੈਂ ਅਲੱਗ ਕਰੂੰਗਾ, ਫਿਰ ਉਹਨਾਂ ਨੂੰ ਫਿਰ ਤੁਹਾਡੇ ਨਾਲ ਮਰਜ ਕਰੂੰਗਾ, ਫਿਰ ਉਹ ਕੰਮ ਜਿਹੜਾ ਹੈਗਾ ਉਹਨਾਂ ਲਈ ਵੀ ਆਸਾਨ ਹੋ ਜਾਏਗਾ, ਤੁਹਾਡੇ ਲਈ ਵੀ ਆਸਾਨ ਹੋ ਜਾਏਗਾ। ਦਿਸ ਇਜ਼ ਹਾਊ ਥਿੰਗਸ ਵਰਕ। ਉਹ ਤੁਹਾਨੂੰ ਅੱਗੇ ਜਾ ਕੇ ਫਿਗਰ ਆਊਟ ਹੋ ਜਾਣਗੀਆਂ ਚੀਜ਼ਾਂ, नो वरीज अबाउट इट। सो ये वैसे आपने चीज बिल्कुल सही क्लियर की। अभी शिवेन से बात हो रही थी तो उसने आगे आज अपने एक या दो फ्रेंड से बात की थी, वो यही कह रहा था कि अभी जैसे हम उनको ड्यूरिंग लॉकडाउन पीरियड हमने उनको जूम कॉल में कनेक्ट करना है, तो यार अभी हम ऑलरेडी 18th चैप्टर पे हैं, तो उनको स्टार्टिंग से एक्सप्लेन करने में तो थोड़ी दिक्कतें आएंगी। मैंने कहा वो ऑलरेडी जैसे कुबेर बाजी का एग्जांपल लिया था मैंने कि वो जैसे अभी वो भी 4th या 5th चैप्टर पे अभी एक दूसरे जूम कॉल में इम्पैक्ट है वो जी, तो वो भी हो जाएगा, वो भी कोई बड़ा चैलेंज वो तो आप ऐसा है ना कि एक अपनी इंडिविजुअल एक और एक जूम कॉल स्टार्ट कर लो जिसमें फर्स्ट चैप्टर से शुरू कर लो, कोई भी कहीं से भी फर्स्ट चैप्टर पे शुरू कर ले, कोई भी लॉग इन कर ले। हाँ जी हाँ जी हाँ जी हाँ जी ठीक है, उनका कंसर्न ठीक है और बड़ी वैलिड बात है, सही कही है उन्होंने बात ये जी। मैं इस चीज को मानता हूँ, उस पर मेरा पहरा है कि मैं इमीडिएटली बिल्कुल फ्रेश आदमी को ऐसी जगह नहीं लाके छोड़ूंगा जहां वो सोचेगा यार ये तो सारे वही जो मैं अभी दिखाता हूँ आपको क्या होता है उसके साथ। I'll show you। आप जो बात कर रहे हो वो बिल्कुल सही है, नॉट रॉन्ग। लेट मी शो इट टू यू। उधर मैं दिखाई भी सीगी वो, if I have kept it somewhere else, hold it। ਇਹ ਪਿਕਚਰ ਦਿਖਦੀ ਹੈ ਨਾ ਤੁਹਾਨੂੰ? हाँ जी हाँ जी। तो ਜਿਹੜਾ ਬੰਦਾ ਪਹਿਲੀ ਵਾਰ ਆਂਦਾ ਉਹ ਇੱਥੇ ਹੁੰਦਾ ਤੇ ਇਹਨਾਂ ਦੀ ਇਹ ਜ਼ਿਆਦਾ ਤੇਜ਼ ਭੱਜ ਰਿਹਾ, ਇਹ ਸਭ ਨਾਲੋਂ ਤੇਜ਼ ਭੱਜ ਰਿਹਾ। ਉਹ ਜਦੋਂ ਫਿਰ ਇਹਨਾਂ ਨੂੰ ਦੇਖਦੇ ਆ ਤਾਂ ਉਹ ਡੀਮੋਰਲਾਈਜ਼ ਹੋ ਜਾਂਦੇ ਆ, ਇਹਨੂੰ ਦੇਖਦੇ ਆ ਤਾਂ ਵੈਸੇ ਹੀ ਛੱਡ ਜਾਂਦੇ ਵੀ ਇਹ तो कर चुके, जितने लोगों ने करना था कर चुके, वो तो भाग लिया आगे, हम रह गए। So that is why it is you know good that we start them slow। green
फिर उसके बाद ब्लू, ठीक है ना। रेड वाला ग्रीन को देखता है कि ये तो आगे निकल गए, काफी सारे हैं, फिर वो ग्रीन वाले एक के पीछे भाग रहे हैं, सुक्की के पीछे भाग रहे हैं सारे, तो देखਦਾ ਵੀ ਮੈਂ ਤਾਂ ਪਿੱਛੇ ਰਹਿ ਗਿਆ। ਸੋ ਇੱਥੇ ਉਹਨੂੰ ਅਸੀਂ ਹੈਡ ਸਟਾਰਟ ਦੇਣਾ, ਇਸ ਬੰਦੇ ਨੂੰ ਅਸੀਂ ਹੈਡ ਸਟਾਰਟ ਦੇਣਾ ਕਿ ਤੇਰੀ ਟ੍ਰੇਨਿੰਗ ਹੋਏਗੀ ਨਾ ਜਦੋਂ ਤੂੰ, ਤੇ ਟ੍ਰੇਨਿੰਗ ਤੋਂ ਤੂੰ ਸਿੱਖ ਜਾਏਗਾ ਵੀ ਇਹ ਰੇਸ ਕਿੱਦਾਂ ਭੱਜਣਾ। that is why they will get excited about the training। so ਉਹ ਜਿਹੜਾ ਕੰਮ ਹੈਗਾ ਹੁਣ ਤੁਸੀਂ ਤੁਹਾਨੂੰ ਇੰਡੀਵਿਜੂਅਲੀ ਸਿੱਖ ਲੈਣਾ ਚਾਹੀਦਾ ਆਪਣੀ, ਜਿਸ ਤਰ੍ਹਾਂ ਹੁਣ ਸ਼ਿਵੇਨ ਤੁਹਾਡੀ ਡਾਊਨਲਾਈਨ ਹੈ ਤੇ ਉਹਦੇ ਵਿੱਚ ਜਾ ਕੇ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਐਜੂਕੇਟ ਕਰਨਾ ਕਿ ਟ੍ਰੇਨਿੰਗ 'ਚ ਕਿਸ ਤਰ੍ਹਾਂ ਲੈ ਕੇ ਆਉਣਾ। ਸੋ ਤੁਸੀਂ ਇੱਕ ਇੰਡੀਵਿਜੂਅਲ ਆਪਣਾ ਗਰੁੱਪ ਸਟਾਰਟ ਕਰ ਲਓ, ਜ਼ੂਮ ਛੋਟਾ ਜਿਹਾ, ਜਿੱਥੇ ਤੁਸੀਂ ਮੈਨੂੰ ਬੁਲਾ ਲਓ ਤੇ ਮੈਂ ਜਾਂ ਸਾਡੇ ਚੋਂ ਕਿਸੇ ਵੀ ਸਪੀਕਰ ਨੂੰ ਬੁਲਾ ਲਓ, ਠੀਕ ਹੈ ਨਾ, ਤੇ ਉਹ ਤੁਹਾਨੂੰ ਫਸਟ ਪ੍ਰੈਜੈਂਟੇਸ਼ਨ ਤੋਂ ਸ਼ੁਰੂ ਕਰ ਦੇਵੇ ਤੇ ਉਹਨੂੰ ਫਿਰ ਸਿੰਪਲ ਰੱਖ ਕੇ ਐਂਡ ਵੀ ਟੀਚ them all those things definitely। ਏਦਾਂ ਹੀ ਕਰਾਂਗੇ ਅਸੀਂ, ਬਿਲਕੁਲ ਇਸ ਤਰ੍ਹਾਂ ਹੀ ਕਰਾਂਗੇ। ਸੋ ਕਿਉਂਕਿ ਹੁਣ ਅਸੀਂ ਲੋਕਡਾਊਨ ਕਰਕੇ ਅਸੀਂ ਪਰਸਨਲੀ ਕਿਸੇ ਨੂੰ ਮਿਲ ਨਹੀਂ ਸਕਦੇ, ਪਰ ਮੈਂ ਇਹ ਦੇਖਿਆ ਕਿ ਪਰਸਨਲ ਮਿਲ ਕੇ ਵੀ ਸਾਡਾ ਬਹੁਤ ਸਾਰਾ ਟਾਈਮ ਵੇਸਟ ਹੁੰਦਾ ਆਪਸ 'ਚ ਗੱਲਾਂ ਬਾਤਾਂ ਕਰਨ 'ਚ। ਸੋ ਵੀ ਡੋਂਟ ਸਪੈਂਡ ਟਾਈਮ ਟੀਚਿੰਗ ਵਨ ਅਨਦਰ। ਇੱਥੇ ਤਾਂ ਫੋਕਸ ਹੀ ਟੀਚਿੰਗ ਦਾ। ਸੋ ਲੈਟਸ ਮੇਕ ਦਿਸ ਅ ਕਲਾਸਰੂਮ ਓਨਲੀ, ਤੇ ਇੱਥੇ ਸੀਰੀਅਸ ਟਾਕ ਕਰਕੇ ਅਸੀਂ make a kind of environment। ਉੱਥੇ ਜਿਸ ਤਰ੍ਹਾਂ ਕੁਬੇਰ ਹੈ, ਕੁਬੇਰ ਨੂੰ ਫਸਟ 6 ਆ ਗਈਆਂ ਪ੍ਰੈਜੈਂਟੇਸ਼ਨਸ, ਤੇ I can ask ਕੁਬੇਰ to conduct your meeting, ਤੁਹਾਡੇ ਲਈ ਉਹ ਮੀਟਿੰਗ ਕੰਡਕਟ ਕਰ ਦੇਵੇ ਤੇ ਉਹ ਫਸਟ ਸੈਕਿੰਡ ਥਰਡ ਫੋਰਥ ਮਾਨਵ ਨੂੰ ਭੇਜਤਾ, ਇਹਨੂੰ ਭੇਜਤਾ, ਕਰਨਵੀਰ ਨੂੰ ਭੇਜਤਾ, ਤੇ ਫਿਰ ਉਹ ਬਿਲਕੁਲ ਸਿੰਪਲ ਲੈਂਗੁਏਜ ਦੇ ਵਿੱਚ ਸਮਝਾ ਦੇਵੇ। ਫੋਕਸ ਇਜ਼ ਕਿ ਵਨਸ ਦੇ ਕੰਡੀਸ਼ਨ ਇੱਕੋ ਹੀ ਹੈ ਕਿ ਜਿਹੜਾ ਵੀ ਬੰਦਾ ਆਏ ਮੀਟਿੰਗ ਦੇ ਵਿੱਚ ਉਹਨੇ ਉਹ ਚੈਪਟਰ ਪੜ੍ਹਿਆ ਵਾ ਹੋਵੇ। ਸੋ ਜਦੋਂ ਪੜ੍ਹਿਆ ਹੋਇਆ ਤੇ ਸਪੀਕਰ ਬੋਲ ਰਿਹਾ, ਸੋ ਦੇ ਸਟਾਰਟ ਬਿਲੀਵਿੰਗ ਮੋਰ। ਜਿਸ ਤਰ੍ਹਾਂ ਹੁਣ ਕੁਬੇਰ ਹੈ, ਕੁਬੇਰ ਨੂੰ ਹੁਣ ਗੱਲਾਂ ਉਹ ਸਾਰੀਆਂ ਸਮਝ ਆਉਣੀਆਂ ਸ਼ੁਰੂ ਹੋਈਆਂ ਨੇ ਡੈਪਥ ਦੇ ਵਿੱਚ, ਜਿਹੜੀਆਂ ਮੈਂ ਸਮਝਾ ਰਿਹਾ ਸੀ। ਕਿਉਂਕਿ ਕੁਬੇਰ ਦੀ ਵੀ ਏਜ ਜਿਹੜੀ ਹੈਗੀ, ਕੰਸੀਡਰਿੰਗ ਹਿਸ ਏਜ, he is young right now, ਕੋਈ ਬਿਜ਼ਨਸ ਦਾ ਐਕਸਪੀਰੀਅੰਸ ਨਹੀਂ ਹੈ, ਜੌਬ ਦਾ ਵੀ ਪੁਰਾਣਾ ਕੋਈ ਜ਼ਿਆਦਾ ਵੱਡਾ ਐਕਸਪੀਰੀਅੰਸ ਨਹੀਂ ਹੈਗਾ। ਉਹ ਹੌਲੀ ਹੌਲੀ ਗ੍ਰੈਜੂਅਲੀ ਐਡ ਅਪ ਹੋ ਰਿਹਾ। ਫਿਰ ਡ੍ਰੀਮ ਕੁਝ ਹੋਰ ਸੀਗਾ ਕੁਬੇਰ ਦਾ, ਮਤਲਬ ਉਹਦੇ ਜਾਣ ਦਾ, ਸਰਵਿਸਿਸ 'ਚ ਜਾਣ ਦਾ, ਤੇ ਉਹਨੂੰ ਫਿਰ ਬਿਜ਼ਨਸ ਮੈਂਟੈਲਿਟੀ 'ਚ ਕਨਵਰਟ